ਵਾਹਿਗੁਰੂ ਸਾਹਿਬ ਜੀ। ਮਮ ਨਾਥੋ ਜਗਨਨਾਥੋ ਮਮ ਗੁਰੂ ਜਗਤਾਂਗ ਗੁਰਹਿ। ਮਮ ਈਸੋ ਜਗ ਮੀਸੋ ਬੰਧਨੰ ਬੰਧਨੰ ਬੰਧਤੰ। ਮਮ ਨਾਥੋ ਜਗਨਨਾਥੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਦੇ ਨਾਲ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿਨਾਂ ਦੀ ਪਾਵਨ ਪਵਿੱਤਰ ਗ੍ਰੰਥ ਸ਼੍ਰੀ ਸਰਬਲੋ ਪ੍ਰਕਾਸ਼ ਗ੍ਰੰਥ ਦੀ ਜਿੱਥੇ ਕਥਾ ਚੱਲ ਰਹੀ ਹੈ, ਉੱਥੇ ਹੀ ਪਰਮ ਪੂਜਨੀਕ ਮਹਾਨ ਮਹਾਂਪੁਰਖ ਜਿਨ੍ਹਾਂ ਨੇ ਦਾਸਨ ਦਾਸ ਬਣ ਕਰਕੇ ਪਿੰਡਰਾਂ ਵਾਲੀ ਜਥੇ ਦੀ ਮਹਾਨ ਸੇਵਾ ਕੀਤੀ, ਐਸੇ ਮਹਾਨ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਸਾਹਿਬ ਜੀ, ਜਿਨ੍ਹਾਂ ਦੇ ਨਾਮ ਤੇ ਇਹ ਗੁਰਮਤਿ ਵਿਦਿਆਲਾ ਬਣਿਆ ਹੈ, ਜਿੱਥੇ ਸਰਬਲੋ ਪ੍ਰਕਾਸ਼ ਗ੍ਰੰਥ ਦੀ ਕਥਾ ਹੋ ਰਹੀ ਹੈ। ਬਾਬਾ ਠਾਕੁਰ ਸਿੰਘ ਸਾਹਿਬ ਜੀ ਐਸੇ ਮਹਾਨ ਮਹਾਂਪੁਰਖ ਸਨ। ਉਹਨਾਂ ਨੇ ਗੁਰਬਾਣੀ ਨੂੰ ਹੀ ਆਪਣਾ ਆਸਰਾ ਮੰਨਿਆ ਤੇ ਗੁਰਬਾਣੀ ਦੇ ਨਾਲ ਲੱਗ ਕਰਕੇ ਉਹਨਾਂ ਨੇ ਆਪਣਾ ਜੀਵਨ ਬਤੀਤ ਕੀਤਾ। ਭਾਵੇਂ ਉਹ 84 ਦਾ ਬਿਖੜਾ ਪੈਂਡਾ ਹੋਵੇ ਤੇ ਭਾਵੇਂ ਉਹ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਦੀ ਚਰਨ ਸ਼ਰਨ ਵਿੱਚ ਰਹਿਣ ਦਾ ਸੁਭਾਗੇ ਸਮਾਂ ਹੋਵੇ। ਬਿਖੜੇ ਪੈਂਡੇ ਵਿੱਚ ਵੀ ਤੇ ਸੁਭਾਗੇ ਸਮੇਂ ਵਿੱਚ ਵੀ ਮਹਾਂਪੁਰਖਾਂ ਨੇ ਅਕਾਲ ਪੁਰਖ ਪਰਮੇਸ਼ਰ ਦੀ ਬੰਦਗੀ ਦੇ ਨਾਲ ਜੁੜ ਕਰਕੇ ਆਪਣੇ ਜੀਵਨ ਨੂੰ ਬਸਰ ਬਤੀਤ ਕੀਤਾ। ਮਹਾਂਪੁਰਖ ਬਾਬਾ ਕੀਰਤਨ ਸਿੰਘ ਸਾਹਿਬ ਜੀ, ਜੋ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ 13ਵੇਂ ਜਥੇਦਾਰ ਹੋਏ ਨੇ, ਉਹਨਾਂ ਦੇ ਨਾਲ ਮਹਾਂਪੁਰਖ ਬਾਬਾ ਠਾਕੁਰ ਸਿੰਘ ਸਾਹਿਬ ਜੀ, ਉਹਨਾਂ ਦਾ ਬਹੁਤ ਪਿਆਰ ਸੀ। ਕਈ ਵਾਰ ਬਾਬਾ ਕੀਰਤਨ ਸਿੰਘ ਸਾਹਿਬ ਜੀ ਨੇ ਖੁਸ਼ੀ ਵਿੱਚ ਆਉਣਾ ਤੇ ਉਹਨਾਂ ਨੇ ਕਹਿਣਾ, ਜਾਓ ਜਾ ਕਰਕੇ ਬਾਬਾ ਠਾਕੁਰ ਸਿੰਘ ਸਾਹਿਬ ਜੀ ਦਾ ਦਰਸ਼ਨ ਕਰਕੇ ਆਓ, ਉਹ ਜਿਸਮਾਨੀ ਸਰੀਰ ਦੇ ਵਿੱਚ ਰੱਬ ਵਰਤਦਾ ਪਿਆ ਹੈ। ਤੇ ਬਾਬਾ ਠਾਕੁਰ ਸਿੰਘ ਸਾਹਿਬ ਜੀ ਨੇ ਬਾਬਾ ਕੀਰਤਨ ਸਿੰਘ ਸਾਹਿਬ ਜੀ ਦੇ ਬਾਬਤ ਇਹ ਬਚਨ ਕਰਨੇ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੀ ਮਹਾਂਪੁਰਖ, ਉਹਨਾਂ ਨੇ ਸਿੰਘਾਂ ਨੂੰ ਕਹਿਣਾ, ਜੇ ਰੱਬ ਵੇਖਣਾ ਜੀ ਤੇ ਉਹ ਬਾਬਾ ਠਾਕੁਰ ਸਿੰਘ ਜੀ ਰੱਬ ਤੁਰੇ ਆਉਂਦੇ ਨੇ, ਉਹ ਰੱਬ ਦਾ ਹੀ ਰੂਪ ਨੇ। ਰੱਬ ਵਾਂਗੂ ਉਹਨਾਂ ਨੇ ਸਾਰੇ ਜਥੇ ਦੇ ਸਿੰਘਾਂ ਦੇ ਨਾਲ ਪਿਆਰ ਕਰਨਾ। ਤੇ ਜਥੇ ਦੇ ਵਿੱਚ ਇਹ ਗੱਲ ਮਸ਼ਹੂਰ ਹੁੰਦੀ ਸੀ ਵੀ ਜੇ ਜਥੇ ਦੀ ਮਾਂ ਵੇਖਣੀ ਹੈ ਤੇ ਮਹਾਂਪੁਰਖ ਬਾਬਾ ਠਾਕੁਰ ਸਿੰਘ ਸਾਹਿਬ ਜੀ, ਉਹਨਾਂ ਦਾ ਪਾਵਨ ਦੀਦਾਰ ਕਰ ਲਓ। ਐਸੇ ਮਹਾਨ ਮਹਾਂਪੁਰਖ, ਉਹਨਾਂ ਦੇ ਬਰਸੀ ਸਮਾਗਮ ਚੱਲ ਰਹੇ ਨੇ ਅਤੇ ਮਹਾਰਾਜ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਤਿਨਾਂ ਦੀ ਮਹਾਨ ਰਚਨਾ ਸ਼੍ਰੀ ਸਰਬਲੋ ਪ੍ਰਕਾਸ਼ ਗ੍ਰੰਥ ਦੀ ਕਥਾ ਚੱਲ ਰਹੀ ਹੈ। ਆਓ ਮਨ ਦੀਆਂ ਬਿਰਤੀਆਂ ਨੂੰ ਇਕਾਗਰਚਿਤ ਕਰੀਏ, ਸ਼ਰਧਾ ਤੇ ਭਾਵਨਾ ਦੀ ਸਹਿਤ ਹੋ ਕਰਕੇ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਮਮ ਨਾਥੋ ਜਗਨਨਾਥੋ। ਮਹਾਰਾਜ ਕਲਗੀਧਰ ਪਾਤਸ਼ਾਹ ਜੀ ਸਰਬਲੋ ਕਵਚ ਉਚਾਰਦੇ ਪਏ ਨੇ ਤੇ ਮਹਾਰਾਜ ਸਾਹਿਬ ਜੀ ਅੱਜ 9ਵੀਂ ਭਾਂਤ ਦੇ ਸ਼ਲੋਕ ਕਹਿਣਗੇ। 10 ਭਾਂਤਾਂ ਦੇ ਮਹਾਰਾਜ ਸਾਹਿਬ ਜੀ ਨੇ ਸ਼ਲੋਕ ਕਹਿ ਕਰਕੇ ਤੇ ਸਰਬਲੋ ਭਗਵਾਨ ਦਾ ਕਵਚ ਉਚਾਰਿਆ ਹੈ। ਪ੍ਰੇਮ ਨਾਲ ਸਰਵਣ ਕਰੋ ਜੀ। ਮਮ ਨਾਥੋ ਜਗਨਨਾਥੋ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ, ਬੀਰਜਨਾਥ ਦੇ ਮੁਖ ਵਿੱਚ ਰੱਖ ਕਰਕੇ
ਜੋ ਜਗਤ ਦਾ ਮਾਲਕ ਹੈ ਉਹੀ ਮੇਰਾ ਮਾਲਕ ਹੈ। ਮਮ ਗੁਰੂ ਜਗਤਾਗ ਗੁਰ ਹੈ। ਹਾਂ, ਜੋ ਸਾਰੇ ਜਗਤ ਦਾ ਗੁਰਹ ਪੂਜਨੀਕ ਹੈ, ਸਾਰੇ ਜਗਤ ਦੇ ਅਗਿਆਨਤਾ ਦੇ ਅੰਧੇਰੇ ਨੂੰ ਕੱਟ ਕੇ ਪ੍ਰਕਾਸ਼ ਕਰਨ ਵਾਲਾ ਹੈ, ਉਹੀ ਮੇਰਾ ਗੁਰੂ ਹੈ। ਮਮ ਈਸੋ ਜਗ ਮੀਸੋ। ਹਾਂ, ਜੋ ਜਗਤ ਦਾ ਈਸੋ ਮਾਲਕ ਹੈ। ਜਗਮ ਈਸੋ ਮਮਾ ਟਿੱਪੀ ਦਾ ਰੂਪ ਧਾਰ ਲਵੇਗਾ। ਜਗੰ ਈਸੋ, ਇਹ ਦੋ ਸ਼ਬਦ ਮਿਲ ਕਰਕੇ ਜਗ ਮੀਸੋ ਸ਼ਬਦ ਬਣਿਆ ਹੈ। ਜੋ ਜਗਤ ਦਾ ਈਸ਼ਵਰ ਹੈ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਨੇ, ਉਹੀ ਸਰਬਲੋ ਮਹਾਰਾਜ ਮੇਰੇ ਈਸ਼ਵਰ ਹਨ। ਬੰਦਨੰ 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 ਬੰਦਤਮ। ਮਹਾਰਾਜ ਕਲਗੀਧਰ ਜੀ ਕਹਿੰਦੇ, ਐਸੇ ਸਰਬਲੋ ਪ੍ਰਕਾਸ਼ ਦੇ ਤਾਈ ਮੈਂ ਬੰਦਨੰ ਮੱਥਾ ਟੇਕਦਾ ਹਾਂ। ਬੰਦਨੰ ਮੱਥਾ ਟੇਕਦਾ ਹਾਂ, ਬੰਦਨੰ ਮੱਥਾ ਟੇਕਦਾ ਹਾਂ। ਜੋ ਸਾਰੇ ਜਗਤ ਦਾ ਈਸ਼ਵਰ ਹੈ ਤੇ ਮੇਰਾ ਈਸ਼ਵਰ ਹੈ, ਤੇ ਪ੍ਰਕਾਸ਼ ਕਰਨ ਵਾਲਾ ਜੋ ਸਰਬਲੋ ਭਗਵਾਨ ਹੈ, ਉਸ ਦੇ ਤਾਈ ਮੈਂ ਮਨ ਕਰਕੇ, ਮੈਂ ਤਨ ਕਰਕੇ, ਮੈਂ ਬਾਣੀ ਕਰਕੇ, ਮੈਂ ਕਰਮਾਂ ਕਰਕੇ ਮੱਥਾ ਟੇਕਦਾ ਹਾਂ। ਇੱਥੇ ਗੁਰੂ ਖਾਲਸਾ ਜੀ 2 ਵਾਰ ਬੰਦਨੰ ਲਿਖਿਆ ਏ, ਤੇ ਇੱਕ ਵਾਰ ਛਾਪੇ ਦੀ ਗਲਤੀ ਕਰਕੇ ਨਹੀਂ ਲਿਖਿਆ, ਉਹ ਲਿਖ ਲੈਣਾ। ਤੇ ਅਖੀਰ ਦੇ ਉੱਪਰ ਮਹਾਰਾਜ ਕਲਗੀਧਰ ਜੀ ਨੇ ਬੰਦਤਮ ਇਸ ਤਰੀਕੇ ਨਾਲ ਲਿਖਿਆ ਹੈ। ਮੰਮੇ ਦੇ ਪੈਰ ਵਿੱਚ ਹਲੰਤ ਲੱਗਾ ਹੈ। ਹਲੰਤ ਦੇ ਉਚਾਰਨ ਦੇ ਸੰਬੰਧ ਵਿੱਚ 2 ਤਰੀਕੇ ਦੇ ਵਿਚਾਰ ਨੇ। ਆਮ ਸੰਪਰਦਾਵਾਂ ਵਿੱਚ ਕਹਿੰਦੇ ਨੇ ਵੀ ਜਿੱਥੇ ਹਲੰਤ ਲੱਗਾ ਹੋਵੇ ਉਹ ਪਦ ਨੂੰ ਭਾਰਾ ਕਰਕੇ ਬੋਲ ਦਿੱਤਾ ਜਾਏ, ਤੇ ਸੰਸਕ੍ਰਿਤ ਦੇ ਵਿਦਵਾਨਾਂ ਅਨੁਸਾਰ ਜਿੱਥੇ ਹਲੰਤ ਲੱਗਾ ਹੋਵੇ ਉਹ ਅੱਖਰ ਦੀ ਆਵਾਜ਼ ਅੱਧੀ ਹੋ ਜਾਂਦੀ ਹੈ, ਕਿਉਂਕਿ ਹਰੇਕ ਅੱਖਰ ਦੇ ਵਿੱਚ ਅ ਹੈ, ਐੜਾ ਸਵਰ ਹੈ। ਗੁਰੂ ਖਾਲਸਾ ਜੀ ਗੁਰਮੁਖੀ ਲਿਪੀ ਦੇ 35 ਅੱਖਰ ਨੇ, ਤੇ 35 ਅੱਖਰਾਂ ਦੇ ਵਿੱਚ 3 ਅੱਖਰ ਸਵਰ ਨੇ ਤੇ ਬਾਕੀ ਵਿਅੰਜਨ ਨੇ। ਊੜਾ, ਐੜਾ ਤੇ ਈੜੀ, ਇਹ 3 ਸਵਰ ਨੇ ਤੇ ਬਾਕੀ ਵਿਅੰਜਨ ਨੇ। ਸਵਰ ਉਹਨਾਂ ਨੂੰ ਕਹਿੰਦੇ ਨੇ ਜਿਨ੍ਹਾਂ ਅੱਖਰਾਂ ਦਾ ਉਚਾਰਨ ਹੋਰ ਕਿਸੇ ਅੱਖਰ ਤੋਂ ਬਗੈਰ ਹੋਵੇ, ਭਾਵ ਜਿਨ੍ਹਾਂ ਦਾ ਉਚਾਰਨ ਸੁਤੰਤਰ ਹੋਵੇ, ਉਹਨਾਂ ਨੂੰ ਸਵਰ ਕਹਿੰਦੇ ਨੇ। ਤੇ ਵਿਅੰਜਨ ਉਹਨਾਂ ਨੂੰ ਕਹਿੰਦੇ ਨੇ ਜਿਨ੍ਹਾਂ ਅੱਖਰਾਂ ਦਾ ਉਚਾਰਨ ਸਵਰ ਅੱਖਰਾਂ ਦੇ ਸੰਯੁਗਤ ਹੋਣੇ ਕਰਕੇ ਹੋਵੇ, ਭਾਵ ਇਹ ਪੁਤੰਤਰ ਅੱਖਰ ਹੁੰਦੇ ਨੇ। ਜਿਵੇਂ ਹਾਹਾ ਮੁਕਤਾ ਹ ਦਾ ਉਚਾਰਨ ਕਰਾਂਗੇ ਤੇ ਹਾਹੇ ਦੇ ਪਿੱਛੇ ਐੜੇ ਦੀ ਆਵਾਜ਼ ਆਵੇਗੀ। ਹਾਹੇ ਔਂਕੜ ਹੋ ਔਂਕੜ ਨਾਲ ਉਚਾਰਨ ਕਰਾਂਗੇ ਤੇ ਊੜੇ ਦੀ ਆਵਾਜ਼ ਆਵੇਗੀ। ਹਾਹੇ ਸਿਹਾਰੀ ਹੇ ਦਾ ਉਚਾਰਨ ਕਰਾਂਗੇ ਸਿਹਾਰੀ ਨਾਲ ਤੇ ਈੜੀ ਦੀ ਆਵਾਜ਼ ਆਏਗੀ। ਇਦਾਂ ਹੀ ਊੜੇ, ਐੜੇ, ਈੜੀ ਨੂੰ ਛੱਡ ਕਰਕੇ ਬਾਕੀ ਅੱਖਰਾਂ ਨੂੰ ਬੁਲਾਉਣ ਦੀ ਮਰਿਆਦਾ ਹੈ। ਤੇ ਸੰਸਕ੍ਰਿਤ ਦੇ ਵਿਦਵਾਨਾਂ ਅਨੁਸਾਰ ਜੇ ਅੱਖਰ ਨੂੰ ਸਵਰ ਮੁਕਤ ਕਰਨਾ ਹੋਵੇ ਤੇ ਉਹ ਅੱਖਰ ਦੇ ਪੈਰ ਵਿੱਚ ਹਲੰਤ ਲਗਾ ਦਿਓ। ਮੰਮੇ ਦੇ ਪੈਰ ਵਿੱਚ ਹਲੰਤ ਨਾ ਲੱਗਾ ਹੋਵੇ ਤੇ ਮੰਮਾ ਮੁਕਤਾ ਮ ਇਸ ਤਰ੍ਹਾਂ ਬੋਲੇਗਾ, ਤੇ ਜੇ ਪੈਰ ਵਿੱਚ ਹਲੰਤ ਲੱਗ ਗਿਆ ਤੇ ਮੰਮੇ ਦੀ ਆਵਾਜ਼ ਅੱਧੀ ਮ, ਇਦਾਂ ਥੋੜੀ ਜੀ ਆਵਾਜ਼ ਰਹਿ ਜਾਏਗੀ। ਜਿਵੇਂ ਬੰਦਤਮ ਤਮ, ਇਸ ਤਰੀਕੇ ਨਾਲ ਇਹਦਾ ਉਚਾਰਨ ਕਰਨਾ ਹੈ। ਜੇ ਹਲੰਤ ਨਹੀਂ ਲੱਗਾ ਫਿਰ ਬੰਦ ਤਮ, ਇਸ ਤਰੀਕੇ ਨਾਲ ਉਚਾਰਨ ਕਰਨਾ ਹੈ। ਇਹ ਗੁਰੂ ਖਾਲਸਾ ਜੀ ਇਸਦੇ ਹਲੰਤ ਦੇ ਉਚਾਰਨ ਦੇ ਸੰਬੰਧ ਵਿੱਚ ਇਦਾਂ ਇਹ ਸੰਸਕ੍ਰਿਤ ਦੇ ਵਿਦਵਾਨਾਂ ਦਾ ਖਿਆਲ ਹੈ। ਸੋ ਇਹ ਸੰਸਕ੍ਰਿਤ ਚੱਲ ਰਹੀ ਹੈ। ਇੱਥੇ ਜੋ ਪੈਰ ਵਿੱਚ ਇਹ ਹਲੰਤ ਲੱਗਾ ਹੈ, ਇਹ ਅੱਖਰ ਦੀ ਆਵਾਜ਼ ਅੱਧੀ ਸਮਝਣੀ ਹੈ। ਸੰਪਰਦਾਈ ਉਚਾਰਨ ਬੋਧ ਭਾਗ ਪਹਿਲਾ, ਇਹ ਪੁਸਤਕ ਗੁਰੂ ਖਾਲਸਾ ਜੀ ਦਾਸ ਦੇ ਕੋਲੋਂ ਮਹਾਰਾਜ ਕਲਗੀਧਰ ਜੀ ਨੇ ਸੇਵਾ ਕਰਵਾਈ ਹੈ। ਇਹਦੇ ਵਿੱਚ
ਇਹ ਸਾਰੀ ਜੋ ਮਰਿਆਦਾ ਹੈ ਅੱਖਰਾਂ ਨੂੰ ਬੁਲਾਉਣ ਦੀ ਉਹ ਦਿੱਤੀ ਹੋਈ ਹੈ। ਵੱਖ-ਵੱਖ ਪ੍ਰਕਰਨ ਬਣਾਏ ਨੇ। ਜਿੱਥੇ ਹਲੰਤ ਪ੍ਰਕਰਨ ਹੈ ਉੱਥੇ ਸੰਪਰਦਾਇਆਂ ਦੀ ਜੋ ਵਿਚਾਰ ਹੈ ਤੇ ਸੰਸਕ੍ਰਿਤ ਵਿਦਵਾਨਾਂ ਦੀ ਜੋ ਵਿਚਾਰ ਹੈ ਉਹ ਦੋਨੋਂ ਹੀ ਵਿਚਾਰਾਂ ਉੱਥੇ ਦਿੱਤੀਆਂ ਨੇ ਤੇ ਨਮੂਨੇ ਦੇ ਵਿੱਚ ਇਹ ਅੱਖਰ ਵੀ ਦਿੱਤੇ ਨੇ ਉਦਾਹਰਨ ਤੌਰ ਤੇ। ਤੇ ਇਸ ਲਈ ਸੰਪਰਦਾਇ ਉਚਾਰਨ ਬੋਧ ਭਾਗ ਪਹਿਲਾ ਇਹ ਪੜ੍ਹਨੇ ਵਾਲੀ ਪੁਸਤਕ ਹੈ। ਇਹ ਸਾਰੇ ਗੁਣੀ ਜਨ ਪੜ੍ਹੋ ਤੇ ਜਿੱਥੇ ਗੁਰੂ ਖਾਲਸਾ ਜੀ ਹੋਰ ਸੁਧਾਈ ਦੀ ਲੋੜ ਹੋਵੇ ਤੇ ਦਾਸ ਨੂੰ ਜ਼ਰੂਰ ਦੱਸੋ ਤਾਂ ਕਿ ਆਪਾਂ ਸੁਧਾਈ ਕਰਕੇ ਤੇ ਮਹਾਰਾਜ ਕਲਗੀਧਰ ਜੀ ਦੀ ਅਨੋਖੀ ਅਨੂਪਮ ਵਿਦਿਆ ਦਾ ਪ੍ਰਚਾਰ ਗੁਰਸਿੱਖਾਂ ਵਿੱਚ ਕਰ ਸਕੀਏ। ਮਾਮ ਦੇਵੋ ਜਗੰ ਦੇਵੋ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਜਿਹੜਾ ਸਾਰੇ ਜਗਤ ਦਾ ਦੇਵ ਹੈ ਉਹੀ ਸਰਬਲੋ ਭਗਵਾਨ ਮੇਰਾ ਦੇਵ ਹੈ। ਦੇਵਦਾਰ ਹੁੰਦਾ ਏ ਪ੍ਰਕਾਸ਼ ਕਰਨ ਵਾਲਾ, ਜੋ ਸਾਰੇ ਜਗਤ ਵਿੱਚ ਪ੍ਰਕਾਸ਼ ਕਰਦਾ ਏ ਉਹੀ ਮੇਰੇ ਅੰਦਰ ਵੀ ਪ੍ਰਕਾਸ਼ ਕਰਦਾ ਪਿਆ ਹੈ, ਭਾਵ ਚੇਤਨ ਸੱਤਾ ਬਖਸ਼ਦਾ ਪਿਆ ਹੈ। ਮਮ ਪਾਲਕ ਜਗ ਪਾਲਕਹ। ਹਾਂ, ਜੋ ਸਾਰੇ ਜਗਤ ਨੂੰ ਪਾਲਦਾ ਪਿਆ ਹੈ ਉਹੀ ਮੇਰੀ ਪਾਲਣਾ ਕਰਦਾ ਪਿਆ ਹੈ। ਮਮ ਕਰਤਾ ਜਗਨ ਕਰਤਾ। ਹਾਂ, ਜੋ ਸਾਰੇ ਜਗਨ ਜਗਤ ਨੂੰ ਕਰਤਾ ਕਰ ਰਿਹਾ ਏ ਪੈਦਾ। ਜਗਨ ਨੰਨੇ ਦੇ ਪੈਰ ਵਿੱਚ ਹਲੰਤ ਹੈ। ਜੱਜਾ ਤੇ ਗੱਗੇ ਤੇ ਟਿੱਪੀ ਇਦਾਂ ਲਿਖ ਦਈਏ ਜਾਂ ਜੱਜਾ ਗੱਗਾ ਤੇ ਨੰਨੇ ਦੇ ਪੈਰ ਵਿੱਚ ਹਲੰਤ ਲਾ ਦਈਏ, ਉਚਾਰਨ ਬਰਾਬਰ ਜਿਹਾ ਹੀ ਹੁੰਦਾ ਏ। ਜਗਨ ਕਰਤਾ ਉਦਾਂ ਜਗਨ ਨੰਨਾ ਪੂਰਾ ਬੋਲਣਾ ਏ, ਇੱਥੇ ਨੰਨਾ ਅੱਧਾ ਜਗਨ ਕਰਤਾ। ਉਹ ਸਾਰੇ ਜਗਤ ਨੂੰ ਕਰਤਾ ਕਰਨ ਵਾਲਾ ਜੋ ਸਰਬਲੋ ਭਗਵਾਨ ਹੈ ਉਹੀ ਮੈਨੂੰ ਪੈਦਾ ਕਰਨ ਵਾਲਾ ਹੈ। ਬੰਦਨੰ 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 ਬੰਦਤਮ। ਮਹਾਰਾਜ ਕਲਗੀਧਰ ਜੀ ਕਹਿੰਦੇ ਮੈਂ ਮਨ ਬਾਣੀ ਕਰਮਾਂ ਕਰਕੇ ਉਸ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਮੱਥਾ ਟੇਕਦਾ ਹਾਂ। ਮਮ ਪਾਵਨ ਜਗਨ ਪਾਵਨ। ਹਾਂ, ਜਗਨ ਕਹੀਏ ਸੰਸਾਰ ਨੂੰ ਜੋ ਪਾਵਨ ਪਵਿੱਤਰ ਕਰਨ ਵਾਲਾ ਹੈ ਉਹੀ ਸਰਬਲੋ ਭਗਵਾਨ ਮੈਨੂੰ ਪਾਵਨ ਕਰਦਾ ਪਿਆ ਹੈ। ਮਮ ਰਖਸ਼ਕ ਜਗ ਰਖਸ਼ਕਹ। ਹਾਂ, ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਜੋ ਸਾਰੇ ਜਗਤ ਦੀ ਰੱਖਿਆ ਕਰਨ ਵਾਲਾ ਹੈ ਉਹੀ ਭਗਵਾਨ ਮੇਰੀ ਰੱਖਿਆ ਕਰਦਾ ਪਿਆ ਹੈ। ਮਮ ਬੱਲਭ ਜਗਨ ਬੱਲਭ। ਹਾਂ, ਜਿਹੜਾ ਸਾਰੇ ਜਗਤ ਦਾ ਬੱਲਭ ਪਿਆਰਾ ਹੈ ਉਹੀ ਸਰਬਲੋ ਭਗਵਾਨ ਮੇਰਾ ਪਿਆਰਾ ਹੈ। ਬੰਦਨੰ 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 ਬੰਦਤਮ। ਮਹਾਰਾਜ ਕਲਗੀਧਰ ਜੀ ਕਹਿੰਦੇ ਮੈਂ ਮਨ ਕਰਕੇ ਬਾਣੀ ਕਰਕੇ ਕਰਮਾਂ ਕਰਕੇ ਤੇ ਵਚਨਾਂ ਕਰਕੇ ਉਸ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਮੱਥਾ ਟੇਕਦਾ ਹਾਂ। ਮਮ ਪ੍ਰਿਯ ਜਗਨ ਪ੍ਰਿਯ। ਹਾਂ, ਜਿਹੜਾ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਸਰਬਲੋ ਸਾਰੇ ਜਗਤ ਦਾ ਪਿਆਰਾ ਹੈ, ਵਿਅਸ਼ਟੀ ਅਤੇ ਸਮਸ਼ਟੀ ਜਗਤ ਦਾ ਪਿਆਰਾ ਹੈ, ਉਹੀ ਭਗਵਾਨ ਮੇਰਾ ਪਿਆਰਾ ਹੈ। ਮਮ ਭਗਤਾ ਜਗ ਭਗਤ ਖੂ। ਹਾਂ, ਜਿਹੜਾ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਸਾਰੇ ਸੰਸਾਰ ਦੀ ਭਗਤੀ ਦੇ ਵਿੱਚ ਸ਼ੁਭਾਇਮਾਨ ਹੈ ਉਹੀ ਮੇਰੀ ਭਗਤੀ ਵਿੱਚ ਸ਼ੁਭਾਇਮਾਨ ਹੈ। ਖੂ ਮੈਨੇ ਵਿੱਚ ਸਾਰਾ ਸੰਸਾਰ ਜਿਸ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਭਗਤੀ ਕਰਦਾ ਹੈ, ਸਾਰੇ ਸੰਸਾਰ ਦੀ ਭਗਤੀ ਦਾ ਜੋ ਵਿਸ਼ੇ ਹੈ ਉਹੀ ਮੇਰੀ ਭਗਤੀ ਦਾ ਵਿਸ਼ੇ ਹੈ। ਮਮਨ ਮਿੱਤਰੰ ਜਗਨ ਮਿੱਤਰੰ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਜੋ ਸਾਰੇ ਜਗਤ ਦਾ ਮਿੱਤਰ ਹੈ, ਮਮਨ ਉਹ ਮੇਰਾ ਮਿੱਤਰ ਹੈ। ਮੰਮਾ ਮੰਮੇ ਤੇ ਟਿੱਪੀ ਜਾਂ ਇਦਾਂ ਲਿਖ ਲਓ ਜਾਂ ਨੰਨਾ ਪਾ ਕੇ ਪੈਰ ਵਿੱਚ ਹਲੰਤ ਪਾ ਦਿਓ, ਇੱਕ ਹੀ ਉਚਾਰਨ ਹੈ ਲਗਭਗ। ਬੰਦਨੰ 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 ਬੰਦਤਮ। ਮਹਾਰਾਜ ਕਲਗੀਧਰ ਜੀ ਕਹਿੰਦੇ ਮਨ ਬਾਣੀ ਤੇ ਕਰਮਾਂ ਕਰਕੇ ਤੇ ਤਨ ਕਰਕੇ ਮੈਂ ਉਸ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ
ਸਰਬਲੋ ਭਗਵਾਨ ਨੂੰ ਮੱਥਾ ਟੇਕਦਾ ਹਾਂ। ਮਮ ਨਾਹੰ ਜਗਨ ਨਾਹੰ ਹਾਂ, ਜੋ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਸਾਰੇ ਜਗਤ ਦਾ ਨਾਹੰ ਪਤੀ ਹੈ, ਉਹੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਮੇਰਾ ਪਤੀ ਹੈ। ਮਮ ਬੰਧੂ ਜਗਨ ਬੰਧੂ ਸੂ ਹਾਂ, ਮਹਾਰਾਜ ਕਲਗੀਧਰ ਜੀ ਕਹਿੰਦੇ ਨੇ, ਜਿਹੜਾ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜਗਨ ਸੰਸਾਰ ਦੇ ਬੰਧੂ ਸੰਬੰਧੀਆਂ ਦੇ ਸੂ ਵਿੱਚ ਵਿਰਾਜਮਾਨ ਹੈ, ਉਹੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਮੇਰਾ ਸੰਬੰਧੀ ਹੈ। ਮਮ ਤਾਰਕ ਜਗਨ ਤਾਰਕ ਹਾਂ, ਜਿਹੜਾ ਸਰਬਲੋ ਭਗਵਾਨ ਸਾਰੇ ਸੰਸਾਰ ਨੂੰ ਤਾਰਨੇ ਵਾਲਾ ਹੈ, ਉਹੀ ਮੈਨੂੰ ਤਾਰਨ ਵਾਲਾ ਹੈ। ਬੰਧਨੰ 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 ਬੰਧਤੰ ਹਾਂ, ਮਨ ਤਨ ਬਾਣੀ ਤੇ ਕਰਮਾਂ ਕਰਕੇ ਉਹ ਭਗਵਾਨ ਨੂੰ ਮੈਂ ਮੱਥਾ ਟੇਕਦਾ ਹਾਂ। ਤੁਮੀ ਕਰਤਾ ਤੁਮੀ ਭੁਗਤਾ ਹੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜੀ, ਆਪ ਹੀ ਸੰਸਾਰ ਦੇ ਉੱਪਰ ਕਰਮ ਕਰਨ ਵਾਲੇ ਹੋ ਤੇ ਜੀਵ ਰੂਪ ਹੋ ਕਰਕੇ ਆਪ ਹੀ ਉਹਨਾਂ ਸੰਸਾਰਾਂ ਨੂੰ ਭੋਗਣ ਵਾਲੇ ਹੋ। ਤੁਮੀ ਰਕਸ਼ਕ ਤੁਮ ਬੱਲਭਹ ਹਾਂ, ਤੁਸੀਂ ਹੀ ਪਿਆਰੇ ਹੋ ਤੇ ਤੁਸੀਂ ਹੀ ਰਕਸ਼ਕ ਰੱਖਿਆ ਕਰਨ ਵਾਲੇ ਹੋ। ਤੁਮੀ ਦਾਤਾ ਤੁਮੀ ਧਾਤਾ ਦਾਤਾ ਪੈਦਾ ਕਰਨ ਵਾਲੇ ਵੀ ਤੁਸੀਂ ਹੋ ਤੇ ਦਾਤਾਂ ਦੇਣ ਵਾਲੇ ਵੀ ਆਪ ਹੀ ਹੋ। ਬੰਧਨੰ 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 ਬੰਧਤੰ ਮਨ ਤਨ ਬਾਣੀ ਤੇ ਕਰਮਾਂ ਕਰਕੇ ਮੈਂ ਮੱਥਾ ਟੇਕਦਾ ਹਾਂ। ਤੁਮੇਵ ਮਾਤਾ ਤੁਮੇਵ ਪਿਤਾ ਤੁਮ ਏਵ ਮਾਤਾ, ਏਵ ਨਿਸ਼ਚੈ ਕਰਕੇ ਆਪ ਜੀ ਮਾਤਾ ਰੂਪ ਵੀ ਹੋ ਤੇ ਏਵ ਨਿਸ਼ਚੈ ਕਰਕੇ ਆਪ ਜੀ ਪਿਤਾ ਰੂਪ ਵੀ ਹੋ। ਤੁਮੇਵ ਸਖਾ ਸਹੋਦਰਹ ਹਾਂ, ਆਪ ਜੀ ਨਿਸ਼ਚੈ ਕਰਕੇ ਸਹੋਦਰਾ ਭਰਾ ਰੂਪ ਵੀ ਹੋ ਤੇ ਸਖਾ ਸੰਬੰਧੀ ਰੂਪ ਵੀ ਹੋ। ਤੁਮੇਵ ਬੰਧੂ ਤੁਮੇਵ ਭਰਾਤਾ ਏਵ ਨਿਸ਼ਚੈ ਕਰਕੇ ਬੰਧੂ ਸੰਬੰਧੀ ਰੂਪ ਵੀ ਹੋ ਤੇ ਏਵ ਨਿਸ਼ਚੈ ਕਰਕੇ ਭਰਾਤਾ ਭਰਾ ਰੂਪ ਵੀ ਹੋ। ਬੰਧਨੰ 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 ਬੰਧਤੰ ਹਾਂ, ਮਨ ਤਨ ਬਾਣੀ ਤੇ ਕਰਮਾਂ ਕਰਕੇ ਮੈਂ ਮੱਥਾ ਟੇਕਦਾ ਹਾਂ। ਤੁਮੀ ਸੁਆਮੀ ਤੁਮੀ ਮੀਤੋ ਆਪ ਜੀ ਸੁਆਮੀ ਰੂਪ ਹੋ, ਮਾਲਕ ਰੂਪ ਹੋ, ਪਤੀ ਰੂਪ ਹੋ, ਆਪ ਜੀ ਹੀ ਮਿੱਤਰ ਰੂਪ ਹੋ। ਤੁਮੀ ਸਤਿਗੁਰ ਮੰਤਰ ਉਪਦੇਸ਼ ਕਹ ਮਹਾਰਾਜ ਕਲਗੀਧਰ ਜੀ ਕਹਿੰਦੇ, ਆਪ ਜੀ ਹੀ ਸਤਿਗੁਰੂ ਨਾਨਕ ਸਰੂਪ ਹੋ ਤੇ ਆਪ ਜੀ ਹੀ ਵਾਹਿਗੁਰੂ ਮੰਤਰ ਦਾ ਉਪਦੇਸ਼ ਕਰਨੇ ਵਾਲੇ ਹੋ। ਕਲਪ ਕਲਪ ਪ੍ਰਤਿ ਅਖਰ ਕਹੀ, ਸ੍ਰੀ ਗੁਰੂ ਨਾਨਕ ਜਾਪਿਓ ਸਹੀ। ਸਭ ਮੰਤਰ ਪ੍ਰਭ ਖਾਲਸੇ ਦੀਨਾ, ਵਾਹਿਗੁਰੂ ਪਦ ਪਾਵਨ ਕੀਨਾ। ਆਪ ਹੀ ਗੁਰੂ ਨਾਨਕ ਰੂਪ ਹੋ ਕਰਕੇ ਤੇ ਵਾਹਿਗੁਰੂ ਮੰਤਰ ਦਾ ਉਪਦੇਸ਼ ਦੇਣ ਵਾਲੇ ਹੋ। ਤੁਮੀ ਕਰਤਾ ਤੁਮੀ ਭਰਤਾ ਆਪ ਹੀ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲੇ ਹੋ ਤੇ ਸਾਰੇ ਸੰਸਾਰ ਨੂੰ ਖੁਸ਼ੀਆਂ ਨਾਲ ਭਰਤਾ ਭਰਨ ਵਾਲੇ ਹੋ। ਬੰਧਨੰ 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 ਬੰਧਤੰ ਹਾਂ, ਕਾਰਨ ਸਰੀਰ ਕਰਕੇ ਬੰਧਨੰ ਮੱਥਾ ਟੇਕਦਾ ਹਾਂ। ਸੂਖਮ ਸਰੀਰ ਕਰਕੇ ਬੰਧਨੰ ਮੱਥਾ ਟੇਕਦਾ ਹਾਂ। ਸਥੂਲ ਸਰੀਰ ਕਰਕੇ ਬੰਧਨੰ ਮੱਥਾ ਟੇਕਦਾ ਹਾਂ ਤੇ ਚੇਤਨ ਸੱਤਾ ਕਰਕੇ ਆਪ ਜੀ ਨੂੰ ਮੱਥਾ ਟੇਕਦਾ ਹਾਂ। ਤੁਹੀ ਸਾਥੀ ਤੁਹੀ ਸੰਗੀ ਮਹਾਰਾਜ ਕਲਗੀਧਰ ਜੀ ਕਹਿੰਦੇ ਨੇ, ਆਪ ਹੀ ਸਾਥੀ ਹੋ ਤੇ ਆਪ ਹੀ ਸੰਗੀ ਹੋ। ਆਪ ਹੀ ਸਾਥ ਕਰਦੇ ਹੋ, ਆਪ ਹੀ ਸੰਗ ਕਰਦੇ ਹੋ। ਵਿਖੜੇ ਪੈਂਡਿਆਂ ਦੇ ਵਿੱਚ ਸਾਥ ਬਖਸ਼ਣੇ ਵਾਲੇ ਵੀ ਆਪ ਹੀ ਹੋ ਤੇ ਸੰਗ ਕਰਨੇ ਵਾਲੇ ਵੀ ਆਪ ਹੀ ਹੋ। ਤੁਹੀ ਪ੍ਰਾਨੀ ਪ੍ਰਾਨ ਦਾਇਕ ਹਾਂ, ਆਪ ਹੀ ਪ੍ਰਾਨੀ ਪ੍ਰਾਨ ਦਾਇਕ, ਪ੍ਰਾਣਾਂ ਨੂੰ ਦੇਣ ਵਾਲੇ ਹੋ ਤੇ ਆਪ ਹੀ ਪ੍ਰਾਨੀ ਪ੍ਰਾਨ ਧਾਰੀ ਜੀਵ ਹੋ ਤੇ ਜੀਵਾਂ ਨੂੰ ਪ੍ਰਾਨ ਬਖਸ਼ਣੇ ਵਾਲੇ ਵੀ ਆਪ ਜੀ ਹੀ ਹੋ। ਆਪ ਜੀ ਹੀ ਸੰਸਾਰ ਰੂਪੀ ਵਿਖੜੇ ਪੈਂਡੇ ਦੇ ਵਿੱਚ ਸਾਥੀ ਸਾਥ ਬਖਸ਼ਣੇ ਵਾਲੇ ਹੋ ਤੇ ਆਪ ਹੀ ਸੰਗੀ ਰੂਪ ਹੋ ਕਰਕੇ ਦੁੱਖ ਸੁੱਖ ਦੇ ਭਾਈਵਾਲ ਬਣਨ ਵਾਲੇ ਹੋ। ਤੁਹੀ ਦਾਤਾ ਤੁਹੀ ਭੁਗਤਾ ਆਪ ਹੀ ਦਾਤਾਂ ਦੇਣ ਵਾਲੇ ਹੋ, ਮਾਲਕ ਬਣ ਕੇ ਆਪ ਹੀ ਜੀਵ ਬਣ ਕਰਕੇ ਭੁਗਤਾਨ ਕਰਨ ਵਾਲੇ ਹੋ। ਬੰਧਨੰ 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 ਬੰਧਤੰ ਮਹਾਰਾਜ ਕਲਗੀਧਰ ਜੀ ਕਹਿੰਦੇ ਨੇ, ਤਿੰਨਾਂ ਸਰੀਰਾਂ ਕਰਕੇ
ਤੇ ਚੇਤਨ ਸੱਤਾ ਕਰਕੇ ਮੈਂ ਮੱਥਾ ਟੇਕਦਾ ਹਾਂ। ਤੁਹੀ ਤੀਰਥ ਤੁਹੀ ਯਾਤਰਾ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਇਹ ਆਪ ਜੀ ਤੀਰਥੀ ਰੂਪ ਵੀ ਹੋ। ਤੀਰਥ ਥੱਥੇ ਨੂੰ ਸਿਹਾਰੀ ਲੱਗੀ ਹੈ। ਤੀਰਥੀ ਉਹਨੂੰ ਕਹਿੰਦੇ ਹੈ ਜਿਹੜਾ ਤੀਰਥ ਦੀ ਯਾਤਰਾ ਕਰਨ ਵਾਲਾ ਹੋਵੇ। ਆਪ ਹੀ ਤੀਰਥੀ ਰੂਪ ਹੋ ਤੇ ਆਪ ਹੀ ਯਾਤਰਾ ਰੂਪ ਹੋ ਤੇ ਆਪ ਹੀ ਜਿਸ ਮੰਦਰ ਦੀ ਜਿਸ ਤੀਰਥ ਦੀ ਯਾਤਰਾ ਕਰਨੀ ਹੈ ਤੀਰਥ ਰੂਪ ਵੀ ਆਪ ਹੀ ਹੋ, ਤੀਰਥੀ ਰੂਪ ਵੀ ਆਪ ਹੀ ਹੋ ਤੇ ਯਾਤਰਾ ਰੂਪ ਵੀ ਆਪ ਹੀ ਹੋ। ਤੁਹੀ ਜੀਵਨ ਮੂਲ ਸਰਬਹ। ਹਾਂ ਆਪ ਜੀ ਜੀਵਨ ਦੇਣ ਵਾਲੇ ਹੋ ਤੇ ਜਾਂ ਸਾਰੇ ਜੀਵਾਂ ਦੇ ਮੂਲ ਹੋ ਆਪ ਜੀ, ਮੁੱਢ ਹੋ। ਤੁਹੀ ਪਾਵਨ ਪਵਿੱਤਰਤੰ ਚ। ਹਾਂ ਆਪ ਜੀ ਪਵਿੱਤਰ ਤੋਂ ਪਵਿੱਤਰ ਹੋ। ਚ ਮੈਨੇ ਅਤੇ ਆਪ ਜੀ ਪਾਵਨ ਪਵਿੱਤਰ ਅਤੰ, ਪਾਵਨ ਲੋਕਾਂ ਤੋਂ ਵੀ ਬੇਅੰਤ ਪਵਿੱਤਰ ਹੋ। ਜਿਹੜੇ ਸੰਸਾਰ ਦੇ ਵਿੱਚ ਪਵਿੱਤਰਤਾ ਰੱਖਦੇ ਨੇ ਉਹਨਾਂ ਤੋਂ ਵੀ ਆਪ ਜੀ ਬਹੁਤ ਪਵਿੱਤਰ ਹੋ। ਬੰਦਨੰ 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 ਬੰਦਤਮ। ਹਾਂ ਤਿੰਨਾਂ ਸਰੀਰਾਂ ਕਰਕੇ ਨਮਸਕਾਰ ਕਰਦਾ ਹਾਂ ਤੇ ਤਿੰਨਾਂ ਸਰੀਰਾਂ ਦੇ ਵਿੱਚ ਜੋ ਚੇਤਨ ਸੱਤਾ ਵਰਤਦੀ ਪਈ ਹੈ ਉਹਦੇ ਕਰਕੇ ਵੀ ਆਪ ਜੀ ਨੂੰ ਮੱਥਾ ਟੇਕਦਾ ਹਾਂ। ਤੁਹੀ ਦਰਸ਼ਨ ਤੁਹੀ ਦ੍ਰਸ਼ਟਾ। ਮਹਾਰਾਜ ਕਲਗੀਧਰ ਜੀ ਇੱਥੋਂ 10ਵੀਂ ਭਾਂਤ ਦੇ ਸ਼ਲੋਕ ਪ੍ਰਾਰੰਭ ਕਰਦੇ ਨੇ। ਇਹ ਕਬਜ ਦੇ ਵਿੱਚ ਸਰਬਲੋਕ ਭਗਵਾਨ ਦੇ ਕੋਲੋਂ ਰੱਖਿਆ ਦੀ ਮੰਗ ਕਰਦੇ ਨੇ ਤੇ ਸਰਬਲੋਕ ਭਗਵਾਨ ਦੀ ਉਸਤਤ ਕਰਦੇ ਪਏ ਨੇ। ਤੁਹੀ ਦਰਸ਼ਨ ਤੁਹੀ ਦ੍ਰਸ਼ਟਾ। ਮਹਾਰਾਜ ਕਲਗੀਧਰ ਜੀ ਕਹਿੰਦੇ ਹੈ ਸਰਬਲੋ ਜੀ ਆਪ ਜੀ ਦ੍ਰਸ਼ਟਾ ਰੂਪ ਵੀ ਹੋ ਤੇ ਦਰਸ਼ਨ ਰੂਪ ਵੀ ਹੋ। ਦ੍ਰਿਸ਼ ਤੇ ਦ੍ਰਸ਼ਟਾ ਇਹ ਦੋ ਚੀਜ਼ਾਂ ਹੁੰਦੀਆਂ ਨੇ। ਦ੍ਰਸ਼ਟਾ ਉਹਨੂੰ ਕਹਿੰਦੇ ਨੇ ਜੋ ਦੇਖਣ ਵਾਲਾ ਹੋਵੇ ਤੇ ਜਿਹੜੀ ਚੀਜ਼ ਨੂੰ ਦੇਖੀਏ ਉਹਨੂੰ ਦ੍ਰਿਸ਼ ਜਾਂ ਦਰਸ਼ਨ ਕਹਿੰਦੇ ਨੇ। ਗੁਰੂ ਖਾਲਸਾ ਸਾਧ ਸੰਗਤ ਜੀ ਜਿਹੜਾ ਦ੍ਰਸ਼ਟਾ ਹੁੰਦਾ ਏ ਉਹ ਕਦੇ ਮਰਦਾ ਨਹੀਂ, ਕਦੇ ਨਾਸ਼ ਨਹੀਂ ਹੁੰਦਾ, ਉਹ ਅਬਨਾਸ਼ੀ ਹੁੰਦਾ ਏ। ਤੇ ਜਿਹੜੀ ਚੀਜ਼ ਦ੍ਰਿਸ਼ ਹੋਵੇ ਦਰਸ਼ਨ ਹੋਵੇ ਉਹ ਨਾਸ਼ਵੰਤ ਹੁੰਦੀ ਹੈ, ਉਹ ਨਾਸੀ ਹੁੰਦੀ ਹੈ ਤੇ ਉਹ ਛਿਨ ਭੰਗਰ ਹੁੰਦੀ ਹੈ। ਤੋ ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਆਪ ਜੀ ਦ੍ਰਸ਼ਟਾ ਰੂਪ ਹੋ, ਸਾਖੀ ਰੂਪ ਹੋ, ਸਾਰੇ ਸੰਸਾਰ ਨੂੰ ਦੇਖਦੇ ਪਏ ਹੋ ਤੇ ਪੰਜਾਂ ਤੱਤਾਂ ਦੀ ਮਾਇਆ ਜੋ ਦ੍ਰਿਸ਼ ਰੂਪ ਹੈ, ਨਾਮ ਰੂਪ ਹੈ, ਉਹ ਮਾਇਆ ਵੀ ਤੁਹਾਡੇ ਤੋਂ ਪੈਦਾ ਹੋਣੇ ਕਰਕੇ ਆਪ ਜੀ ਹੀ ਦਰਸ਼ਨ ਰੂਪ ਹੋ। ਤੁਹੀ ਮੋਕਸ਼ ਤੁਹੀ ਮੁਕਤਾ। ਹਾਂ ਆਪ ਜੀ ਹੀ ਮੋਕਸ਼ ਰੂਪ ਹੋ ਤੇ ਆਪ ਜੀ ਹੀ ਮੁਕਤਾ ਰੂਪ ਹੋ। ਮੋਕਸ਼ ਨਾਮ ਮੁਕਤੀ ਦਾ ਹੈ ਤੇ ਮੁਕਤਾ ਨਾਮ ਉਹਦਾ ਹੈ ਜਿਹਨੇ ਮੁਕਤੀ ਨੂੰ ਪ੍ਰਾਪਤ ਕਰ ਲਿਆ ਹੈ। ਆਪ ਹੀ ਮੁਕਤੀ ਨੂੰ ਪ੍ਰਾਪਤ ਕਰਨ ਵਾਲੀ ਪਰਮਹੰਸ ਬ੍ਰਹਮ ਗਿਆਨੀ ਰੂਪ ਵੀ ਹੋ ਤੇ ਮੋਕਸ਼ ਮੁਕਤੀ ਰੂਪ ਵੀ ਆਪ ਜੀ ਹੀ ਹੋ। ਤੁਹੀ ਸੁਰ ਤਾਰ ਧੇਨ ਸੁਰ ਵੀ। ਹਾਂ ਆਪ ਜੀ ਕਲਪ ਬ੍ਰਿਸ਼ ਰੂਪ ਵੀ ਹੋ ਤੇ ਤੂੰ ਹੀ ਨਿਸ਼ਚੈ ਕਰਕੇ ਧੇਨ ਸੁਰ ਵੀ ਕਾਮ ਧੇਨ ਗਊ ਰੂਪ ਵੀ ਆਪ ਜੀ ਹੀ ਹੋ। ਸ੍ਰੀ ਸਰਬ ਲੋਹ ਸਰਬ ਲੋਹ ਸਰਬ ਲੋਹ ਨਿਤ ਬੰਦਤਮ। ਮਹਾਰਾਜ ਕਲਗੀਧਰ ਜੀ ਕਹਿੰਦੇ ਹੈ ਸ਼੍ਰੋਮਣੀ ਸਰਬ ਸਾਰਿਆਂ ਦੇ ਵਿੱਚ ਲੋਹ ਪ੍ਰਕਾਸ਼ ਕਰਨ ਵਾਲੇ ਤੇ ਸਰਬਲੋ ਦੇ ਸਰੀਰ ਵਾਲੇ हे ਸਰਬਲੋ ਭਗਵਾਨ ਆਪ ਜੀ ਨੂੰ ਨਿਤਾ ਹੀ ਮੈਂ ਬੰਦਤਮ ਮੱਥਾ ਟੇਕਦਾ ਹਾਂ। ਤੁਹੀ ਓੰਕਾਰ ਸ਼ਬਦੰ। हे ਸਰਬਲੋ ਭਗਵਾਨ ਜੀ ਆਪ ਜੀ ਓੰਕਾਰ ਸ਼ਬਦ ਰੂਪ ਵੀ ਹੋ। ਜਿਵੇਂ ਬਾਣੀ ਵਿੱਚ ਲਿਖਿਆ ਨਾ ਸ਼ਬਦ ਗੁਰ ਪੀਰਾ ਗੈਰ ਗੰਭੀਰਾ ਬਿਨ ਸ਼ਬਦੈ ਸਭ ਜਗ ਬਉਰਾਨ। ਸਾਰੇ ਸੰਸਾਰ ਦਾ ਜੋ ਗੁਰੂ ਹੈ ਉਹ ਸ਼ਬਦ ਹੈ। ਤੋ ਸ਼ਬਦ ਕਿਹੜਾ ਹੈ? ਓੰਕਾਰ, ਜਿਸ ਤੋਂ ਸੰਸਾਰ ਨੂੰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਪ੍ਰਗਟ ਕੀਤਾ ਹੈ। ਕਿਉਂਕਿ ਸੰਸਾਰ ਸ਼ਬਦ ਤੋਂ ਪ੍ਰਗਟ ਹੋਇਆ ਹੈ ਤੇ ਸ਼ਬਦ ਹੀ ਇੱਕ ਐਸਾ ਮਾਧਿਅਮ ਹੈ ਉਸ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਜੁੜਨ ਦਾ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨਿਰਗੁਣ ਹੈ, ਉਹਦੇ ਵਿੱਚ ਕੋਈ ਗੁਣ ਨਹੀਂ, ਉਹਦਾ ਕੋਈ ਗੁਣ ਨਹੀਂ ਹੈ। ਸਰਗੁਣ ਸਰੂਪ ਕਰਕੇ ਭਾਵੇਂ ਉਹ ਸਾਰੇ ਗੁਣਾਂ ਦੇ ਸਹਿਤ ਹੈ, ਪਰ ਨਿਰਗੁਣ ਸਰੂਪ ਕਰਕੇ ਉਹਦਾ ਵਿੱਚ ਕੋਈ ਗੁਣ ਨਹੀਂ
ਇਸ ਲਈ ਸ਼ਾਂਖ ਸ਼ਾਸਤਰ ਵਾਲਿਆਂ ਨੇ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਸ਼ੂਨੇ ਕਿਹਾ ਹੈ। ਤੇ ਜਦੋਂ ਸੰਸਾਰ ਨੂੰ ਪ੍ਰਗਟ ਕਰਨਾ ਸੀ ਤੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਸ਼ਬਦ ਗੁਣ ਧਾਰਨ ਕੀਤਾ, ਆਪਣੀ ਜ਼ੁਬਾਨ ਤੋਂ ਓੰਕਾਰ ਬੋਲਿਆ, ਜਾਂ ਅਗੰਮੀ ਧੁਨੀ ਓੰਕਾਰ ਪ੍ਰਗਟ ਹੋਈ ਤੇ ਉਹਦੇ ਤੋਂ ਇਹ ਸਾਰਾ ਸੰਸਾਰ ਪ੍ਰਗਟ ਹੋਇਆ ਹੈ। ਤੋ ਆਪ ਹੀ ਓੰਕਾਰ ਸ਼ਬਦ ਰੂਪ ਹੋ। ਬੀਜ ਮੰਤਰ ਜਗ ਤਾਰਨਹ। ਹਾਂ, ਇਹ ਓੰਕਾਰ ਸਾਰੇ ਮੰਤਰਾਂ ਦਾ ਬੀਜ ਹੈ, ਕਿਉਂਕਿ ਜਿੰਨੇ ਵੀ ਮੰਤਰ ਨੇ ਉਹ ਸ਼ਬਦ ਰੂਪ ਨੇ, ਤੇ ਸਾਰੇ ਸ਼ਬਦਾਂ ਦਾ ਜੋ ਬੀਜ ਸ਼ਬਦ ਹੈ ਉਹ ਕੀ ਹੈ? ਓੰਕਾਰ। ਸੰਸਾਰ ਦੇ ਉੱਪਰ 4 ਪ੍ਰਕਾਰ ਦੀਆਂ ਬਾਣੀਆਂ ਨੇ, ਵੱਖ-ਵੱਖ ਧਾਰਮਿਕ ਗ੍ਰੰਥ ਨੇ, ਵੱਖ-ਵੱਖ ਭਾਸ਼ਾਵਾਂ ਦੇ ਸ਼ਬਦ ਨੇ। ਜਿੰਨੇ ਵੀ ਇਹ ਸ਼ਬਦ ਪਦ ਪਦਾਰਥ ਨੇ, ਸਾਰਿਆਂ ਦਾ ਮੂਲ ਕੀ ਹੈ? ਓੰਕਾਰ। ਭਾਵੇਂ ਲਿਖਤੀ ਰੂਪ ਕਰਕੇ ਅੱਖਰ ਨੇ ਤੇ ਬੋਲਣੇ ਰੂਪ ਕਰਕੇ ਅੱਖਰ ਨੇ, ਸੰਕਲਪ ਮਾਤਰ ਅੱਖਰ ਨੇ, ਇਹ ਸਾਰੇ ਅੱਖਰਾਂ ਦਾ, ਸਾਰੀਆਂ ਬੋਲੀਆਂ ਦਾ, ਸਾਰੇ ਪਦਾਂ ਪਦਾਰਥਾਂ ਦਾ ਮੂਲ ਕੀ ਹੈ? ਓੰਕਾਰ। ਬਲਕਿ ਸਾਰੀ ਸਮਗਰ ਨਾਮ ਰੂਪ ਮਾਇਆ ਦਾ ਮੂਲ ਓੰਕਾਰ ਹੈ। ਇਸ ਲਈ ਓੰਕਾਰ ਨੂੰ ਬੀਜ ਮੰਤਰ ਕਹਿੰਦੇ ਹੈ, ਮੁੱਢਲਾ ਮੰਤਰ ਜਿਹਦੇ ਤੋਂ ਸਾਰਾ ਸੰਸਾਰ ਪ੍ਰਗਟ ਹੋਇਆ ਹੈ। ਸਰਬਲੋਕ ਗ੍ਰੰਥ ਦਾ ਬੀਜ ਮੰਤਰ ਮਹਾਰਾਜ ਦੱਸਣਗੇ, ਅਕਾਲ ਪੁਰਖ ਕੀ ਰੱਛਾ ਮਨੈ, ਸਰਬਲੋਹ ਦੀ ਰੱਛਿਆ ਮਨੈ। ਇਹ ਜੋ 4 ਸ਼ਲੋਕ ਨੇ, ਇਹ ਸਰਬਲੋਕ ਗ੍ਰੰਥ ਦਾ ਬੀਜ ਮੰਤਰ ਹੈ। ਇਹ ਸਰਬਲੋਕ ਪ੍ਰਕਾਸ਼ ਦੀ ਬਾਣੀ ਮਹਾਰਾਜ ਸਾਹਿਬ ਜੀ ਨੇ ਇਹਨਾਂ 4 ਤੁਕਾਂ ਦੀ ਵਿਆਖਿਆ ਰੂਪ ਵਿੱਚ ਲਿਖੀ ਹੈ। ਤੇ ਜੋ ਇਹ 4 ਤੁਕਾਂ ਨੇ, ਇਹਨਾਂ ਦਾ ਬੀਜ ਮੰਤਰ ਇੱਕ ਓੰਕਾਰ ਹੈ। ਇਸ ਤਰੀਕੇ ਦੇ ਨਾਲ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਘਰ ਨੇ ਇੱਕ ਓੰਕਾਰ ਤੋਂ ਬਾਣੀ ਸ਼ੁਰੂ ਕੀਤੀ ਹੈ। ਤੋ ਇੱਕ ਓੰਕਾਰ ਦੇ ਨਾਲ ਮੂਲ ਮੰਤਰ ਜੁੜਿਆ ਹੈ। ਇਸ ਲਈ ਸਿੱਖ ਧਰਮ ਦੇ ਵਿੱਚ ਜਿਹੜੇ ਪੁਰਾਣੇ ਮਹਾਂਪੁਰਖ ਹੋਏ ਨੇ ਜਾਂ ਸੂਝਵਾਨ ਸਿੱਖ ਅਜੋਕੇ ਸਮੇਂ 'ਚ ਵੀ ਨੇ, ਕੋਈ ਵੀ ਕੰਮ ਸ਼ੁਰੂ ਕਰਨਾ ਹੋਵੇ ਤੇ ਮੂਲ ਮੰਤਰ ਪੜ੍ਹਨਾ ਚਾਹੀਦਾ ਹੈ। ਭਾਵੇਂ ਮਕਾਨਾਂ ਦੀ ਨੀਂਹ ਰੱਖਣੀ ਹੈ, ਤੇ ਭਾਵੇਂ ਗੁਰੂ ਖਾਲਸਾ ਜੀ ਕੋ ਕਥਾ ਵਿਖਿਆਨ ਸ਼ੁਰੂ ਕਰਨਾ ਹੈ, ਤੇ ਭਾਵੇਂ ਕੀਰਤਨ ਸ਼ੁਰੂ ਕਰਨਾ ਹੈ, ਭਾਵੇਂ ਕੋਈ ਗ੍ਰੰਥ ਲਿਖਣਾ ਸ਼ੁਰੂ ਕਰਨਾ ਹੈ, ਪੜ੍ਹਨਾ ਸ਼ੁਰੂ ਕਰਨਾ, ਕੁਝ ਵੀ ਕਰਨਾ ਹੈ, ਵਿਵਹਾਰਕ ਧਾਰਮਿਕ ਕਰਮ ਕੋਈ ਵੀ ਕਰਨਾ ਹੈ, ਮੂਲ ਮੰਤਰ ਜ਼ਰੂਰ ਪੜ੍ਹਨਾ ਚਾਹੀਦਾ ਹੈ। ਇੱਕ ਓੰਕਾਰ ਤੋਂ ਸਾਰੀ ਸ੍ਰਿਸ਼ਟੀ ਸ਼ੁਰੂ ਹੋਈ ਹੈ। ਇਸ ਲਈ ਕਹਿੰਦੇ ਨੇ, ਆਪ ਹੀ ਓੰਕਾਰ ਸ਼ਬਦ ਰੂਪ, ਆਪ ਹੀ ਸਾਰੇ ਸੰਸਾਰ ਨੂੰ ਪੈਦਾ ਕਰਨੇ ਵਾਲੇ ਓੰਕਾਰ ਸ਼ਬਦ ਰੂਪ। ਇਹ ਓੰਕਾਰ ਬੀਜ ਮੰਤਰ ਹੈ ਤੇ ਆਪ ਹੀ ਜਗਤ ਨੂੰ ਧਾਰਨ ਵਾਲੇ ਹੋ, ਕਿਉਂਕਿ ਜਿਹੜਾ ਓੰਕਾਰ ਬੀਜ ਮੰਤਰ ਦੇ ਲੜ ਲੱਗਦਾ ਏ ਉਹ ਸੰਸਾਰ ਤੋਂ ਤਰ ਜਾਂਦਾ ਏ। ਤੁਹੀਂ ਸਰਬਦਾ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ, ਆਪ ਹੀ ਹੋ, ਆਪ ਹੀ ਹੋ, ਆਪ ਹੀ ਹੋ। ਸਰਬਦਾ ਸਾਰੇ ਥਾਵਾਂ ਵਿੱਚ, ਸਰਬਦਾ ਸਾਰਿਆਂ ਨੂੰ ਦੇਣੇ ਵਾਲੇ। ਸ੍ਰੀ ਸਰਬ ਲੋਹ ਸਰਬ ਲੋਹ ਸਰਬ ਲੋਹ ਨਿਤ ਬੰਦਤਮ। ਹਾਂ, ਸ਼੍ਰੋਮਣੀ ਸਰਬਲੋਹ ਭਗਵਾਨ ਜੀ ਮਨ ਕਰਕੇ, ਬਾਣੀ ਕਰਕੇ, ਕਰਮਾਂ ਕਰਕੇ ਨਿਤਾ ਹੀ ਮੈਂ ਤੁਹਾਨੂੰ ਮੱਥਾ ਟੇਕਦਾ ਹਾਂ। ਤੁਹੀ ਪਰਮਾਤਮ ਪਰਮ ਬ੍ਰਹਮ। ਹਾਂ, ਆਪ ਜੀ ਵੱਡੀ ਆਤਮਾ ਸਰੂਪ, ਸਾਰਿਆਂ ਦੀਆਂ ਆਤਮਾਵਾਂ ਨੂੰ ਚੇਤਨ ਸੱਤਾ ਦੇਣੇ ਵਾਲੇ ਆਪ ਪਰਮਾਤਮ ਰੂਪ, ਆਪ ਜੀ ਪਰਮ ਬ੍ਰਹਮ ਹੋ। ਇੱਥੇ ਮੰਮਾ ਲਿਖ ਦਿੱਤਾ ਏ, ਜਾਂ ਪਰਮ ਬ੍ਰਹਮ ਲਿਖ ਲਓ ਜਾਂ ਪਰਮ ਬ੍ਰਹਮ ਲਿਖ ਲਓ, ਉਚਾਰਨ ਇੱਕ ਹੀ ਹੋਵੇਗਾ। ਗੁਰੂ ਖਾਲਸਾ ਜੀ ਕਈ ਥਾਵਾਂ ਤੇ ਟਿੱਪੀ ਲਿਖੀ ਜਾਂਦੀ ਹੈ, ਕਈ ਥਾਵਾਂ ਤੇ ਮੰਮਾ ਲਿਖਿਆ ਜਾਂਦਾ ਹੈ। ਜਿਵੇਂ ਪਰਮ ਈਸ ਹੈ ਜਾਪ ਸਾਹਿਬ ਵਿੱਚ ਆਉਂਦਾ ਹੈ, ਉੱਥੇ ਪੱਪਾ ਤੇ ਰਾਰੇ ਤੇ ਟਿੱਪੀ ਪਰਮ, ਅੱਗੇ ਪੱਪਾ ਰਾਰਾ ਮੰਮਾ ਪਰਮ, ਈੜੀ ਨੂੰ ਬਿਹਾਰੀ ਸੱਸਾ ਈਸ ਹੈ। ਤੋ ਉੱਥੇ ਗੁਰੂ ਖਾਲਸਾ ਜੀ ਮਹਾਰਾਜ ਕਲਗੀਧਰ ਜੀ ਨੇ ਰਾਰੇ ਤੇ ਟਿੱਪੀ ਲਾ ਕੇ ਲਿਖ ਦਿੱਤਾ ਹੈ ਛੰਦ ਗਤੀ ਦੇ ਵਾਸਤੇ।
ਇੱਥੇ ਮਹਾਰਾਜ ਜੀ ਨੇ ਮੰਮਾ ਪੂਰਾ ਲਿਖ ਦਿੱਤਾ ਏ, ਅਰਥ ਵਿੱਚ ਕੋਈ ਫਰਕ ਨਹੀਂ। ਪਰਮ ਵੱਡੇ ਹੋ ਤੇ ਬ੍ਰਹਮ ਵਿਆਪਕ ਸਰੂਪ ਹੋ ਆਪ ਜੀ। ਤੁਹੀ ਸਖਤ ਸੇਵ ਰੂਪੰ ਚ, ਆਪ ਜੀ ਹੀ ਸ਼ਿਵ ਦੀ ਸ਼ਕਤੀ ਮਾਇਆ, ਸ਼ਿਵ ਸ਼ਕਤ ਮਾਇਆ ਨੂੰ ਕਹਿੰਦੇ ਨੇ। ਸਾਰਿਆਂ ਦੀ ਜੋ ਕਲਿਆਣ ਕਰੇ ਉਹਨੂੰ ਸ਼ਿਵ ਕਹਿੰਦੇ ਨੇ। ਸਾਰਿਆਂ ਦੀ ਕਲਿਆਣ ਕਰਨ ਵਾਲਾ ਵਾਹਿਗੁਰੂ ਹੈ ਤੇ ਵਾਹਿਗੁਰੂ ਦੀ ਸ਼ਕਤੀ ਮਾਇਆ ਚ, ਅਤੇ ਆਪ ਜੀ ਹੀ ਮਾਇਆ ਰੂਪ ਹੋ। ਤੁਹੀ ਜੋਤ ਸਭ ਰੂਪ ਨਿਰਗੁਣ, ਹਾਂ ਆਪ ਜੀ ਜੋਤ ਸਵਰੂਪ, ਨਿਰਗੁਣ ਸਰੂਪ ਕਰਕੇ ਆਪ ਜੀ ਜੋਤ ਸਰੂਪ ਹੋ ਕਰਕੇ ਵਰਤਦੇ ਪਏ ਹੋ। ਸ੍ਰੀ ਸਰਬ ਲੋਹ ਸਰਬ ਲੋਹ ਸਰਬ ਲੋਹ ਨਿਤ ਬੰਦਤਾ, ਮਨ ਬਾਣੀ ਕਰਮਾਂ ਕਰਕੇ ਮੱਥਾ ਟੇਕਦਾ ਹਾਂ ਸਰਬਲੋ ਭਗਵਾਨ ਜੀ। ਤੁਹੀ ਵਿਆਪਕ ਤੁਹੀ ਪੂਰਨ, ਹੇ ਸਰਬਲੋ ਭਗਵਾਨ ਜੀ ਆਪ ਜੀ ਵਿਆਪਕ ਸਰੂਪ ਹੋ, ਆਪ ਜੀ ਪੂਰਨ ਹੋ। ਸਾਰੇ ਥਾਵਾਂ ਤੇ ਵਿਆਪਕ ਹੋਣੇ ਕਰਕੇ ਆਪ ਜੀ ਪੂਰਨ ਹੋ। ਤੁਹੀ ਸਰਬਾਤਮ ਤੁਹੀ, ਹਾਂ ਆਪ ਜੀ ਸਾਰਿਆਂ ਦੇ ਆਤਮ ਸਰੂਪ ਹੋ, ਸਰਬ ਆਤਮ ਸਾਰਿਆਂ ਦਾ ਨਿਜ ਸਰੂਪ ਹੋ। ਤੁਸੀਂ ਹੀ ਸਾਰੇ ਪਾਸੇ ਵਰਤਦੇ ਪਏ ਹੋ। ਤੁਹੀ ਪਰਮਾਤਮ ਨਿਜਾਤਮ, ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਆਪ ਜੀ ਪਰਮਾਤਮ ਸਰੂਪ ਹੋ ਤੇ ਸਾਰਿਆਂ ਦਾ ਨਿੱਜੀ ਸਰੂਪ ਹੋਣੇ ਕਰਕੇ, ਨਿਜ ਆਤਮ ਸਰੂਪ ਹੋਣੇ ਕਰਕੇ ਆਪ ਜੀ ਹੀ ਨਿਜਾਤਮ ਸਰੂਪ ਹੋ। ਸ੍ਰੀ ਸਰਬ ਲੋਹ ਸਰਬ ਲੋਹ ਸਰਬ ਲੋਹ ਨਿਤ ਬੰਦਤਮ, ਹਾਂ ਹੇ ਸਰਬਲੋ ਭਗਵਾਨ ਜੀ ਮਨ ਬਾਣੀ ਕਰਮਾਂ ਕਰਕੇ ਮੈਂ ਤੁਹਾਨੂੰ ਮੱਥਾ ਟੇਕਦਾ ਹਾਂ। ਤੁਹੀ ਬ੍ਰਹਮਾ ਤੁਹੀ ਵਿਸ਼ਨੂੰ, ਮਹਾਰਾਜ ਕਲਗੀਧਰ ਜੀ ਕਹਿੰਦੇ ਆਪ ਜੀ ਹੀ ਬ੍ਰਹਮ ਸਰੂਪ ਹੋ ਤੇ ਆਪ ਹੀ ਵਿਸ਼ਨੂੰ ਸਰੂਪ ਹੋ। ਤੁਹੀ ਰੁਦਰ ਮਹੇਸ਼ਵਰ, ਆਪ ਜੀ ਸ਼ਿਵ ਰੂਪ ਹੋ ਤੇ ਜਿਹਨੂੰ ਮਹੇਸ਼ਵਰ ਕਹਿੰਦੇ ਹਨ। ਤੁਹੀ ਰਾਵ ਸਸ ਨਖਿਆਤਰ ਗਗਨੰ, ਆਪ ਜੀ ਦੀ ਚੇਤਨ ਸੱਤਾ ਸੂਰਜ ਚੰਦਰਮੇ ਤਾਰਿਆਂ ਤੇ ਆਕਾਸ਼ ਵਿੱਚ ਵਰਤਦੀ ਪਈ ਹੈ। ਸ੍ਰੀ ਸਰਬ ਲੋਹ ਸਰਬ ਲੋਹ ਸਰਬ ਲੋਹ ਨਿਤ ਬੰਦਤਮ, ਹਾਂ ਤਿੰਨਾਂ ਸਰੀਰਾਂ ਕਰਕੇ ਮੈਂ ਆਪ ਜੀ ਨੂੰ ਨਿਤਾ ਹੀ ਮੱਥਾ ਟੇਕਦਾ ਹਾਂ। ਤੁਹੀ ਸੁਰਪਤ ਤੁਹੀ ਨਰਪਤ, ਆਪ ਹੀ ਇੰਦਰ ਸਰੂਪ ਹੋ ਤੇ ਆਪ ਹੀ ਧਰਤੀ ਦੇ ਰਾਜੇ ਦਲੀਪ ਆਦਿਕ ਰੂਪ ਹੋ। ਤੁਹੀ ਵਰਨ ਕੁਬੇਰੰ ਚ, ਆਪ ਹੀ ਵਰਨ ਦੇਵਤਾ ਸਰੂਪ ਹੋ ਤੇ ਆਪ ਹੀ ਕੁਬੇਰ ਦੇਵਤਾ ਸਰੂਪ ਹੋ। ਤੁਹੀ ਧਰਮਾ ਤੁਹੀ ਧਰਨੀ, ਆਪ ਹੀ ਧਰਮਾ ਧਰਮ ਰਾਜਾ ਰੂਪ ਹੋ ਤੇ ਆਪ ਹੀ ਧਰਤੀ ਰੂਪ ਹੋ। ਤੇ ਜਾਂ ਦਇਆ ਦਾ ਪੁੱਤਰ ਜੋ ਧਰਮ, ਜਿਹਦਾ ਆਸਰਾ ਧਰਤੀ ਨੂੰ ਹੈ, ਆਪ ਹੀ ਧਰਮ ਰੂਪ ਹੋ ਤੇ ਆਪ ਹੀ ਧਰਤੀ ਰੂਪ ਹੋ। ਸ੍ਰੀ ਸਰਬ ਲੋਹ ਸਰਬ ਲੋਹ ਸਰਬ ਲੋਹ ਨਿਤ ਬੰਦਤਮ, ਸ਼੍ਰੀ ਸ਼੍ਰੋਮਣੀ ਸਾਰਿਆਂ ਨੂੰ ਪ੍ਰਕਾਸ਼ ਦੇਣੇ ਵਾਲੇ ਇਹ ਸਰਬਰੋ ਮਹਾਰਾਜ ਆਪ ਜੀ ਨੂੰ ਮੈਂ ਮੱਥਾ ਟੇਕਦਾ ਹਾਂ। ਤੁਹੀ ਪਾਵਕ ਮਾਰਤ ਤੁਮ ਹੀ, ਆਪ ਹੀ ਅੱਗ ਸਰੂਪ ਹੋ ਤੇ ਆਪ ਹੀ ਹਵਾ ਰੂਪ ਹੋ। ਤੁਹੀ ਬਾਸੁਰ ਰੇਨਯੰ ਚ, ਹਾਂ ਆਪ ਹੀ ਬਾਸਰ ਦਿਨ ਸਰੂਪ ਹੋ ਤੇ ਰੈਨਯੰ ਰਾਤ ਰੂਪ ਹੋ ਆਪ ਜੀ ਹੀ। ਤੁਹੀ ਵਿਪਰੋ ਤੁਹੀ ਖਤਰੀ, ਆਪ ਹੀ ਚਾਰ ਜਾਤੀਆਂ ਵਿੱਚ ਵਰਤਦੇ ਪਏ ਹੋ। ਬ੍ਰਾਹਮਣ ਰੂਪ ਵੀ ਹੋ ਤੇ ਖੱਤਰੀ ਰੂਪ ਵੀ ਆਪ ਹੀ ਹੋ, ਸ਼ੂਦਰ ਬੈਸ ਰੂਪ ਵੀ ਆਪ ਹੀ ਹੋ। ਤੁਹੀ ਸਰਬ ਸ੍ਰੀ ਸਰਬ ਲੋਹ ਸਰਬ ਲੋਹ ਸਰਬ ਲੋਹ ਪਦ ਬੰਦਤਮ, ਸ਼੍ਰੀ ਸਰਬਲੋ ਮਹਾਰਾਜ ਜੀ ਤਿੰਨਾਂ ਸਰੀਰਾਂ ਕਰਕੇ ਮਨ ਬਾਣੀ ਕਰਮਾਂ ਕਰਕੇ ਮੈਂ ਤੁਹਾਨੂੰ ਮੱਥਾ ਟੇਕਦਾ ਹਾਂ ਨਿਤਾ ਹੀ। ਤੁਹੀ ਸਾਗਰ ਤੁਹੀ ਸਰਤਾ, ਆਪ ਹੀ ਸਾਗਰ ਸਮੁੰਦਰ ਰੂਪ ਹੋ, ਆਪ ਹੀ ਸਰਤਾ ਨਦੀ ਰੂਪ ਹੋ। ਤੁਹੀ ਕੂਪ ਤੜਾਗਯੰ ਚ, ਆਪ ਹੀ ਤੜਾਗਯੰ ਤਲਾਬ ਰੂਪ ਹੋ ਤੇ ਆਪ ਹੀ ਖੂਹ ਰੂਪ ਹੋ। ਸਾਗਰ ਨਿਰਗੁਣ ਸਰੂਪ ਕਰਕੇ ਵੀ ਆਪ ਹੀ ਵਰਤਦੇ ਪਏ ਹੋ। ਸਰਦਾ ਸਰਗੁਣ ਸਰੂਪ ਕਰਕੇ ਵੀ ਆਪ ਹੀ ਹੋ। ਕੂਪ ਜੀਵ ਰੂਪ ਵੀ ਆਪ ਹੀ ਵਰਤਦੇ ਪਏ ਹੋ ਤੇ ਤੜਾਗਯੰ ਈਸ਼ ਰੂਪ ਹੋ ਕੇ ਵੀ ਆਪ ਹੀ ਵਰਤਦੇ ਪਏ ਹੋ। ਤੁਹੀ ਬ੍ਰਿਸ਼ ਤੁਹੀ ਪੁਸ਼ਪੰ, ਆਪ ਹੀ ਬ੍ਰਿਸ਼ ਰੂਪ ਹੋ ਤੇ ਆਪ ਹੀ ਫੁੱਲ ਰੂਪ ਹੋ ਤੇ ਆਪ ਹੀ ਜੀਵ ਰੂਪ ਹੋ। ਬ੍ਰਿਸ਼ ਦਾ ਅਰਥ ਹੈ ਜੀਵ ਰੂਪ ਹੋ
ਤੇ ਜੀਵਾਂ ਨੂੰ ਤੇਰੀ ਭਗਤੀ ਕਰਨੇ ਕਰਕੇ ਜੋ ਪਰਮਾਨੰਦ ਰੂਪੀ ਫੁੱਲ ਪ੍ਰਾਪਤ ਹੁੰਦਾ ਏ ਉਹ ਵੀ ਆਪ ਹੀ ਓ। ਸ੍ਰੀ ਸਰਬ ਲੋਹ ਸਰਬ ਲੋਹ ਸਰਬ ਲੋਹ ਪਦ ਬੰਦਤਮ। ਹਾਂ ਸ਼੍ਰੀ ਸਰਬਲੋ ਭਗਵਾਨ ਜੀ, ਮੈਂ ਤੁਹਾਨੂੰ ਮੱਥਾ ਟੇਕਦਾ, ਮਨ ਬਾਣੀ ਕਰਮਾਂ ਕਰਕੇ ਤੁਹਾਡੇ ਪਦ ਚਰਨਾਂ ਤੇ ਮੱਥਾ ਟੇਕਦਾ ਹਾਂ। ਤੁਹੀ ਕਮਲਾ ਤੁਹੀ ਮਾਇਆ। ਆਪ ਕਮਲਾ ਲక్ష్ਮੀ ਰੂਪ ਵੀ ਹੋ ਤੇ ਆਪ ਜੀ ਮਾਇਆ ਰੂਪ ਵੀ ਹੋ। ਤੁਹੀ ਮਨਸਾ ਸਾਰਦਾ। ਆਪ ਹੀ ਸੁਰਸਤੀ ਰੂਪ ਹੋ ਤੇ ਮਨਸਾ ਬੁੱਧੀ ਰੂਪ ਹੋ। ਗੁਰੂ ਖਾਲਸਾ ਜੀ ਜਿਹੜੇ ਭਗਤੀ ਕਰਨ ਵਾਲੇ ਨੇ ਉਹਨਾਂ ਨੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਵਿਸ਼ਨੂੰ ਕਰਕੇ ਮੰਨਿਆ ਹੈ ਤੇ ਵਿਸ਼ਨੂੰ ਦੀ ਜੋ ਸ਼ਕਤੀ ਹੈ ਉਹਨੂੰ ਕਬਲਾ ਕਰਕੇ ਮੰਨਿਆ ਹੈ। ਉਹ ਕਹਿੰਦੇ ਨੇ ਕਿ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਵਿਸ਼ਨੂੰ ਸਰੂਪ ਹੈ, ਸ਼ੇਸ਼ਨਾਗ ਦੀ ਸੇਜਾ ਦੇ ਉੱਪਰ ਬੈਠਾ ਏ ਤੇ ਜਿਹੜੀ ਲక్ష్ਮੀ ਹੈ ਉਹ ਮਾਂ ਵਿਸ਼ਨੂੰ ਜੀ ਦੇ ਚਰਨ ਘੁੱਟਦੀ ਪਈ ਹੈ ਤੇ ਉਹ ਭਗਵਾਨ ਦੀ ਸ਼ਕਤੀ ਹੈ, ਭਗਵਾਨ ਦੇ ਸਦਾ ਹੀ ਆਸ਼ਰਿਤ ਰਹਿੰਦੀ ਹੈ। ਇਹ ਭਗਤੀ ਕਰਨ ਵਾਲਿਆਂ ਸਨਾਤਨੀ ਲੋਕਾਂ ਨੇ ਮੰਨਿਆ ਹੈ। ਬਾਣੀ ਵਿੱਚ ਵੀ ਕਬਲਾ ਪਤੇ ਇਸ ਤਰੀਕੇ ਕਰਕੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਚੇਤੇ ਕੀਤਾ ਹੈ, ਕਿਉਂਕਿ ਬਾਣੀ ਸਾਰਿਆਂ ਦੀ ਸਾਂਝੀ ਹੈ। ਜੋ ਜੋ ਵਾਹਿਗੁਰੂ ਦੇ ਨਾਮ ਦੁਨੀਆ ਦੇ ਲੋਕਾਂ ਨੇ ਮੰਨ ਕੇ ਵਾਹਿਗੁਰੂ ਦੀ ਪ੍ਰਾਪਤੀ ਕੀਤੀ ਹੈ ਉਹ ਨਾਮ ਬਾਣੀ ਵਿੱਚ ਲਿਖੇ ਨੇ। ਕਿਉਂਕਿ ਜੈਸੀ ਭਾਵਨਾ ਕਰਕੇ ਕੋਈ ਵਾਹਿਗੁਰੂ ਨੂੰ ਚੇਤੇ ਕਰੇ, ਵਾਹਿਗੁਰੂ ਉਸ ਦੀ ਭਾਵਨਾ ਅਨੁਸਾਰ ਹੀ ਉਹਨੂੰ ਦਰਸ਼ਨ ਦੇ ਦਿੰਦੇ ਨੇ। ਜਿਨ੍ਹਾਂ ਨੇ ਵਿਸ਼ਨੂੰ ਰੂਪ ਮੰਨਿਆ, ਸ਼ੇਸ਼ਨਾਗ ਦੀ ਸੇਜਾ ਤੇ ਕਬਲਾ ਚਰਨਾਂ ਦੇ ਵਿੱਚ ਬੈਠੀ ਚਰਨ ਘੁੱਟਦੀ, ਪਰਮੇਸ਼ਰ ਨੇ ਐਸੇ ਹੀ ਦਰਸ਼ਨ ਉਹਨਾਂ ਨੂੰ ਦਿੱਤੇ ਨੇ। ਤੋ ਮਹਾਰਾਜ ਕਹਿੰਦੇ ਨੇ ਆਪ ਹੀ ਤੂੰ ਵਿਸ਼ਨੂੰ ਰੂਪ ਤੇ ਆਪ ਹੀ ਕਬਲਾ ਰੂਪ ਹੈ। ਦੂਜੇ ਜਿਹੜੇ ਵਿਦਾਂਤੀ ਗਿਆਨਵਾਨ ਲੋਕ ਨੇ ਉਹਨਾਂ ਨੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਮਾਇਆ ਰੂਪ ਕਰਕੇ, ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਸ਼ਕਤੀ ਨੂੰ ਮਾਇਆ ਰੂਪ ਕਰਕੇ ਤੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਬ੍ਰਹਮ ਰੂਪ ਕਰਕੇ ਮੰਨਿਆ ਹੈ। ਤੇ ਮਾਇਆ ਦੇ ਵਿੱਚ ਬ੍ਰਹਮ ਦਾ ਪਰਛਾਵਾਂ ਪਿਆ ਤੇ ਸਾਰੇ ਜਗਤ ਦੀ ਉਤਪਤੀ ਹੋਈ। ਬਾਣੀ 'ਚ ਆਪੇ ਮਾਇਆ ਆਪੇ ਛਾਇਆ, ਐਸੀਆਂ ਤੁਕਾਂ ਨੇ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਇਸ ਲਈ ਮਹਾਰਾਜ ਕਹਿੰਦੇ ਉਹਨਾਂ ਦੇ ਹਿਸਾਬ ਨਾਲ ਤੂੰ ਬ੍ਰਹਮ ਰੂਪ ਹੈ ਤੇ ਤੇਰੀ ਸ਼ਕਤੀ ਮਾਇਆ ਹੈ, ਮਾਇਆ ਵਿੱਚ ਵੀ ਤੂੰ ਹੀ ਵਰਤਦਾ ਪਿਆ ਹੈ। ਤੇ ਜਿਹੜੇ ਗੁਰੂ ਖਾਲਸਾ ਜੀ ਕਾਮਰੇਡੀ ਲੋਕ ਨੇ, ਜਿਹੜੇ ਆਪਣੀ ਬੁੱਧੀ ਦੇ ਨਾਲ ਹੀ ਸੰਸਾਰ ਨੂੰ ਜਾਣਨਾ ਚਾਹੁੰਦੇ ਨੇ, ਉਹਨਾਂ ਨੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਕੁਦਰਤ ਕਰਕੇ ਜਾਣਿਆ ਹੈ ਵੀ ਆਹ ਲੁਕਾਈ ਜਿਹੜੀ ਹੈ ਇਹ ਵਾਹਿਗੁਰੂ ਹੈ। ਤੇ ਇਹਦਾ ਗਿਆਨ ਮਨਸਾ ਬੁੱਧੀ ਨਾਲ ਹੁੰਦਾ ਹੈ। ਉਹ ਬੁੱਧੀਜੀਵੀ ਇੱਦਾਂ ਵਾਹਿਗੁਰੂ ਅਕਾਲ ਪੁਰਖ ਨੂੰ ਮੰਨਦੇ ਨੇ। ਤੇ ਮਹਾਰਾਜ ਕਹਿੰਦੇ ਤੂੰ ਬੁੱਧੀ ਰੂਪ ਵੀ ਆਪ ਹੈ ਤੇ ਕਾਇਨਾਤ ਰੂਪ ਵੀ ਆਪ ਹੈ। ਤੇ ਜਿਹੜੇ ਕਵੀ ਲੋਕ ਨੇ ਉਹ ਗੁਰੂ ਖਾਲਸਾ ਜੀ ਵਾਹਿਗੁਰੂ ਅਕਾਲ ਪੁਰਖ ਨੂੰ ਸਾਰਦਾ ਰੂਪ ਕਰਕੇ ਮੰਨਦੇ ਨੇ। ਉਹ ਸਾਰਦਾ ਦੀ ਪੂਜਾ ਕਰਦੇ ਨੇ ਸੁਰਸਤੀ ਰੂਪ ਕਰਕੇ। ਤੇ ਮਹਾਰਾਜ ਕਹਿੰਦੇ ਤੂੰ ਸੁਰਸਤੀ ਰੂਪ ਵੀ ਹੈ, ਤੂੰ ਬੁੱਧੀ ਰੂਪ ਵੀ ਹੈ, ਤੂੰ ਮਾਇਆ ਰੂਪ ਵੀ ਹੈ, ਤੂੰ ਕਬਲਾ ਰੂਪ ਵੀ ਹੈ। ਇੱਦਾਂ ਮਹਾਰਾਜ ਸਾਹਿਬ ਜੀ ਨੇ ਸਾਰਿਆਂ ਦੇ ਲਿਖ ਕਰਕੇ ਨਾ ਮਤ ਮਤਾਂਤਰ ਤੇ ਕਿਹਾ ਹੇ ਸਰਬਲੋ ਭਗਵਾਨ ਤੇਰੀ ਸ਼ਕਤੀ ਕਬਲਾ ਵਿੱਚ ਵੀ ਹੈ, ਮਾਇਆ ਵਿੱਚ ਵੀ ਹੈ, ਬੁੱਧੀ ਵਿੱਚ ਵੀ ਹੈ ਤੇ ਸਾਰਦਾ ਵਿੱਚ ਵੀ ਤੇਰੀ ਹੀ ਸ਼ਕਤੀ ਵਰਤਦੀ ਪਈ ਹੈ। ਤੁਹੀ ਰੁਦਰਾਨੀ ਸਿਵਾ ਤੂੰ। ਹਾਂ ਸ਼ਿਵ ਜੀ ਵਿੱਚ ਵੀ ਹੈ ਤੇ ਰੁਦਰਾਨੀ ਪਾਰਵਤੀ ਵਿੱਚ ਵੀ ਹੈ। ਕਬਲਾ ਵਿੱਚ ਵੀ ਤੇਰੀ ਸ਼ਕਤੀ ਤੇ ਕਬਲਾ ਦਾ ਪਤੀ ਵਿਸ਼ਨੂੰ ਵੀ ਤੂੰ ਹੈ। ਮਾਇਆ ਵੀ ਤੇਰੀ ਸ਼ਕਤੀ ਹੈ ਤੇ ਮਾਇਆ ਦਾ ਪਤੀ ਬ੍ਰਹਮ ਵੀ ਤੂੰ ਹੈ। ਬੁੱਧੀ ਵੀ ਤੇਰੀ ਸ਼ਕਤੀ ਹੈ ਤੇ ਬੁੱਧੀ ਦਾ ਮਾਲਕ ਚੇਤਨ ਵੀ ਤੂੰ ਹੈ। ਸਾਰਦਾ ਵੀ ਤੇਰੀ ਸ਼ਕਤੀ ਹੈ ਤੇ ਸਾਰਦਾ ਦਾ ਪਤੀ ਬ੍ਰਹਮਾ ਵੀ ਤੂੰ ਹੈ। ਸ਼ਿਵਾ ਵੀ ਤੂੰ ਹੈ ਤੇ ਸ਼ਿਵਾ
ਦੀ ਜੋ ਸ਼ਕਤੀ ਪਾਰਬਤੀ, ਉਹਦੇ ਵਿੱਚ ਵੀ ਤੇਰੀ ਹੀ ਜੋਤ ਵਰਤਦੀ ਪਈ ਹੈ। ਸ੍ਰੀ ਸਰਬ ਲੋਹ ਸਰਬ ਲੋਹ ਸਰਬ ਲੋਹ ਪਾਦ ਬੰਦਤਮ। ਇਹ ਸਰਬ ਲੋਹ ਭਗਵਾਨ, ਮਨ ਬਾਣੀ ਕਰਮਾਂ ਕਰਕੇ ਮੈਂ ਤੇਰੇ ਚਰਨਾਂ ਤੇ ਬੰਦਤਮ ਮੱਥਾ ਟੇਕਦਾ ਹਾਂ। ਤੁਹੀ ਖੜਗੋ ਚੱਕਰ ਸੂਲੋ। ਹਾਂ, ਜਿਹੜੇ ਕਸ਼ਤਰੀ ਲੋਕ ਨੇ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਸ਼ਸਤਰ ਰੂਪ ਕਰਕੇ ਜਾਣਦੇ ਨੇ। ਜਿਵੇਂ ਕਲਗੀਧਰ ਨੇ ਕਿਹਾ, ਛਤਰੀ ਕੋ ਪੂਤ ਹੋ ਬਾਹਮਣ ਕੋ ਨੈ, ਮੈਂ ਛਤਰੀਆਂ ਦਾ ਪੁੱਤ ਹਾਂ। ਤੇ ਮਹਾਰਾਜ ਨੇ ਲਿਖਿਆ, ਆਸ ਕੁਰਪਾਨ ਖੰਡੋ ਖੜਗ ਤੁਪਕ ਤਬਰੇ ਅਰ ਤੀਰ, ਸਹਿਬ ਸਰੋਹੀ ਸਹਿ ਹਥੀ ਜਹ ਹਮਾਰੇ ਪੀਰ। ਸ਼ਸਤਰਾਂ ਨੂੰ ਪੀਰ ਕਿਹਾ ਹੈ। ਇਸ ਲਈ ਮਹਾਰਾਜ ਕਲਗੀਧਰ ਜੀ ਕਹਿੰਦੇ, ਹੇ ਸਰਬਲੋ ਭਗਵਾਨ ਜੀ, ਖੜਗ ਉਹ ਚੱਕਰ, ਖੜਗ ਖੰਡੇ ਅਤੇ ਚੱਕਰ ਤੇ ਸੂਲੋ ਸੂਏ ਵਿੱਚ ਤੁਹਾਡੀ ਸ਼ਕਤੀ ਵਰਤਦੀ ਪਈ ਹੈ। ਤੁਹੀ ਸਹਤੀ ਬਾਨਯੰ। ਹਾਂ, ਸਹਤੀ ਨਾਮ ਵਰਸ਼ੀ ਦਾ ਏ ਤੇ ਬਾਨਯੰ ਤੀਰਾਂ ਚ, ਅਤੇ ਆਪ ਹੀ ਵਰਸ਼ੀ ਰੂਪ ਹੋ ਤੇ ਆਪ ਹੀ ਤੀਰ ਰੂਪ ਹੋ। ਤੁਹੀ ਸਰਬਾਸਤਰ ਸ਼ਸਤਰੰ। ਹਾਂ, ਸਾਰੇ ਸ਼ਸਤਰ ਤੇ ਅਸਤਰ ਆਪ ਜੀ ਦਾ ਹੀ ਰੂਪ ਹਨ। ਸ੍ਰੀ ਸਰਬ ਲੋਹ ਸਰਬ ਲੋਹ ਸਰਬ ਲੋਹ ਸਦ ਬੰਦਤਮ। ਮਹਾਰਾਜ ਕਲਗੀਧਰ ਜੀ ਕਹਿੰਦੇ, ਮਨ ਬਾਣੀ ਕਰਮਾਂ ਕਰਕੇ ਸਦਾ ਹੀ ਮੱਥਾ ਟੇਕਦਾ ਏ ਸਰਬਲੋ ਭਗਵਾਨ। ਸਰਬਲੋ ਭਗਵਾਨ ਦੀ ਵਿਆਪਕਤਾ ਨੂੰ ਮਹਾਰਾਜ ਸਾਹਿਬ ਨੇ ਲਿਖਿਆ ਹੈ। ਸ਼ਸਤਰਾਂ ਵਿੱਚ ਵੀ ਫਿਰ ਜੋ ਸ਼ਕਤੀਆਂ ਨੇ, ਕਿਸੇ ਨੇ ਮਾਇਆ ਕਰਕੇ, ਕਿਸੇ ਨੇ ਕਬਲਾ ਕਰਕੇ, ਬੁੱਧੀ ਸਾਰਦਾ ਕਰਕੇ, ਪਾਰਬਤੀ ਕਰਕੇ ਪਰਮੇਸ਼ਰ ਦੀ ਸ਼ਕਤੀ ਨੂੰ ਲਿਖਿਆ ਏ। ਤੇ ਪਰਮੇਸ਼ਰ ਨੂੰ ਵਿਸ਼ਨੂੰ, ਸ਼ਿਵ, ਬ੍ਰਹਮਾ ਤੇ ਇਸੇ ਤਰ੍ਹਾਂ ਬ੍ਰਹਮ ਤੇ ਇਸੇ ਤਰੀਕੇ ਦੇ ਨਾਲ ਚੇਤਨ ਰੂਪ ਕਰਕੇ ਕਥਨ ਕੀਤਾ ਏ। ਤੋ ਮਹਾਰਾਜ ਨੇ ਕਿਹਾ ਏ, ਹੇ ਸਰਬਲੋ ਭਗਵਾਨ, ਤੂੰ ਜੇ ਵਿਸ਼ਨੂੰ ਰੂਪ ਹੈ ਤੇ ਤੇਰੀ ਸ਼ਕਤੀ ਕਬਲਾ ਏ, ਜੇ ਤੂੰ ਬ੍ਰਹਮ ਰੂਪ ਹੈ ਤੇ ਤੇਰੀ ਸ਼ਕਤੀ ਮਾਇਆ ਏ, ਜੇ ਤੂੰ ਚੇਤਨ ਰੂਪ ਹੈ ਤੇ ਤੇਰੀ ਸ਼ਕਤੀ ਬੁੱਧੀ ਹੈ, ਜੇ ਤੂੰ ਬ੍ਰਹਮਾ ਰੂਪ ਹੈ ਤੇਰੀ ਸ਼ਕਤੀ ਸਾਰਦਾ ਏ, ਜੇ ਤੂੰ ਸ਼ਿਵਾ ਰੂਪ ਹੈ ਤੇ ਤੇਰੀ ਸ਼ਕਤੀ ਪਾਰਬਤੀ ਹੈ ਤੂੰ ਸਰਬਲੋ ਭਗਵਾਨ ਇੱਕ ਹੀ ਹੈ, ਸਾਰਿਆਂ ਦੇ ਵਿੱਚ ਲੋ ਕਰਨੇ ਵਾਲਾ ਤੇ ਸਰਬਲੋਏ ਦਇਆ ਸਰੀਰ ਵਾਲਾ ਇੱਕ ਹੀ ਭਗਵਾਨ ਹੈ। ਵੱਖ ਵੱਖ ਰੂਪਾਂ ਵਿੱਚ ਤੂੰ ਵਰਤਦਾ ਪਿਆ ਹੈ। ਇਹ ਜਿੰਨੇ ਸ਼ਸਤਰ ਨੇ, ਇਹ ਸਰਬਲੋ, ਇਹ ਤੇਰਾ ਹੀ ਰੂਪ ਨੇ। ਗੁਰੂ ਖਾਲਸਾ ਜੀ ਦਸਮ ਬਾਣੀ ਦੇ ਪ੍ਰਾਤਨ ਹੱਥ ਲਿਖਤ ਪ੍ਰਿਆ ਮੈਨੇ ਔਖੇ ਔਖੇ ਅਰਥ, ਜੋ ਪੁਰਾਣੇ ਗੁਰੂ ਕੇ ਜਾਨ ਮਹਾਰਾਜ ਕਲਗੀਧਰ ਜੀ ਤੋਂ ਸੁਣ ਕੇ ਲਿਖਦੇ ਰਹੇ। ਕਿਉਂਕਿ ਆਦਿ ਦਰਬਾਰ ਦੇ ਅਰਥ ਮਹਾਰਾਜ ਨੇ ਦਮਦਮਾ ਸਾਹਿਬ ਪੜ੍ਹਾਏ ਨੇ ਤੇ ਦਸਮ ਦਰਬਾਰ ਦੇ ਅਰਥ ਮਹਾਰਾਜ ਨੇ ਹਜੂਰ ਸਾਹਿਬ ਪੜ੍ਹਾਏ ਨੇ। ਤੇ ਉਹ ਜੋ ਅਰਥ ਮਹਾਰਾਜ ਨੇ ਬਾਣੀ ਦੇ ਕੀਤੇ, ਉਹ ਸੀਨੇ ਬਸੀਨੇ ਗੁਰੂ ਜਨ ਪੜ੍ਹਾਉਂਦੇ ਰਹੇ, ਵਿਦਿਆ ਗੁਰੂ ਜਨ ਤੇ ਵਿਦਿਆਰਥੀ ਜਨ ਬਣ ਕੇ ਗੁਰੂ ਕੇ ਖਾਲਸੇ, ਗੁਰੂ ਕੇ ਸਿੰਘ ਪੜ੍ਹਦੇ ਰਹੇ। ਉਹ ਅਰਥ ਗੁਰੂ ਖਾਲਸਾ ਜੀ ਕਾਪੀਆਂ ਤੇ ਵੀ ਲਿਖੇ ਜਾਂਦੇ ਰਹੇ ਤੇ ਉਹ ਅਰਥ ਹੱਥ ਲਿਖਤ ਵੀ ਨੇ। ਤੇ ਮਹਾਰਾਜ ਸਾਹਿਬ ਜੀ ਦੇ ਸੇਵਕ ਦਰਬਾਰੀ ਦਾਸ ਜੀ, ਉਹਨਾਂ ਦੇ ਲਿਖੇ ਵੀ ਮਿਲਦੇ ਨੇ। ਤੇ ਗੁਰੂ ਖਾਲਸਾ ਜੀ ਇੱਕ ਗਿਆਨੀ ਬਖਸ਼ੀਸ਼ ਸਿੰਘ ਜੀ ਹੋਏ ਨੇ, ਜਿਨ੍ਹਾਂ ਨੇ ਸੰਪਰਦਾਈ ਅਰਥਾਂ ਦਾ ਬੜਾ ਭਾਰੀ ਪ੍ਰਚਾਰ ਕੀਤਾ। ਭਾਈ ਨੰਦ ਲਾਲ ਦੀ ਬਾਣੀ ਦੇ ਅਰਥ ਵੀ ਪੜ੍ਹਾਉਂਦੇ ਰਹੇ। ਤੇ ਗੁਰੂ ਖਾਲਸਾ ਜੀ ਉਹਨਾਂ ਨੇ ਵੀ ਉਹ ਪ੍ਰਿਆ ਦਸਮ ਬਾਣੀ ਦੇ ਛਪਾਏ ਸਨ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਉਹ ਆਪਣੇ ਕੋਲ ਰੱਖਿਆ ਕਰਦੇ ਸੀ ਤੇ ਉਹਨਾਂ ਤੋਂ ਪ੍ਰਿਆ ਵੇਖ ਕੇ ਗੁਰੂ ਕੇ ਸਿੰਘਾਂ ਨੂੰ ਲਿਖਾਇਆ ਕਰਦੇ ਸਨ। ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਵਿਦਿਆਰਥੀ ਗਿਆਨੀ ਕਰਤਾਰ ਸਿੰਘ ਜੀ ਮੋਟਾ ਅੱਖਰ ਜੀ, ਉਹਨਾਂ ਨੇ ਵੀ ਉਹ ਪ੍ਰਿਆ ਲਿਖੇ, 5-6 ਕਾਪੀਆਂ ਦੇ ਵਿੱਚ ਨੇ। ਤੇ ਉਹ 3-4 ਪ੍ਰਿਆ ਦਾਸ ਦੇ ਕੋਲ ਤਰਨਾ ਦਲ ਮਿਸਲ ਸ਼ਹੀਦਾਂ ਸ਼੍ਰੀ ਬਾਬਾ ਬਕਾਲਾ ਸਾਹਿਬ ਦੇ ਤੋਸ਼ੇ ਖਾਨੇ ਸਰਬਲੋ ਬੁੰਗਾ ਨੰਗਲੀ ਦੇ ਵਿੱਚ ਮੌਜੂਦ ਨੇ। ਗੁਰੂ ਖਾਲਸਾ ਜੀ ਜਿਹੜੇ ਪ੍ਰਿਆ ਨੇ ਪੁਰਾਣੇ ਹੱਥ ਲਿਖਤ,
ਉਹਨਾਂ ਵਿੱਚ ਜਿੱਥੇ ਅਕਾਲ ਪੁਰਖ ਕੀ ਰੱਛਾ ਮਨੈ ਸਰਬਲੋਹ ਦੀ ਰੱਛਿਆ ਮਨੈ, ਉੱਥੇ ਸਰਬਲੋਹ ਦੇ ਅਰਥ 3-4 ਕੀਤੇ ਨੇ। ਇੱਕ ਸਰਬਲੋਹ ਦਾ ਅਰਥ ਕੀਤਾ ਸਾਰਿਆਂ ਵਿੱਚ ਲੋਹ ਕਰਨ ਵਾਲਾ ਵਾਹਿਗੁਰੂ ਅਕਾਲ ਪੁਰਖ। ਇੱਕ ਸਰਬਲੋਹ ਦਾ ਅਰਥ ਕੀਤਾ ਸਰਬਲੋਹ ਅਵਤਾਰ। ਇੱਕ ਸਰਬਲੋਹ ਦਾ ਅਵਤਾਰ ਸ੍ਰੀ ਸਾਹਿਬ ਵੀ ਕੀਤਾ ਹੈ, ਸ਼ਸਤਰ ਅਸਤਰ ਇਹ ਵੀ ਕੀਤਾ ਹੈ। ਤੇ ਇੱਕ ਸਰਬਲੋਹ ਦਾ ਅਰਥ ਇਹ ਦੇਵੀ ਵੀ ਕੀਤਾ ਹੈ, ਭਵਾਨੀ ਵੀ ਕੀਤਾ ਹੈ। ਇਸ ਤਰੀਕੇ ਦੇ ਨਾਲ ਗੁਰੂ ਖਾਲਸਾ ਜੀ ਇਹ ਪੁਰਾਣੇ ਮਹਾਂਪੁਰਖਾਂ ਨੇ ਸਰਬਲੋਹ ਪਦ ਦੇ ਅਰਥ ਮੰਨੇ ਹਨ। ਸੋ ਮਹਾਰਾਜ ਕਲਗੀਧਰ ਜੀ ਨੇ ਇਹ 10 ਸ਼ਲੋਕਾਂ ਵਾਲਾ ਜੋ ਕਵਚ ਹੈ, 10 ਭਾਂਤਾਂ ਦੇ ਇਹਦੇ ਵਿੱਚ ਸ਼ਲੋਕ ਨੇ, ਤੇ ਮਹਾਰਾਜ ਸਾਹਿਬ ਜੀ ਨੇ ਕਿਰਪਾ ਕਰਕੇ ਇਹ ਸੰਪੂਰਨਤਾ ਕਰਵਾਈ ਹੈ। 207 ਸ਼ਲੋਕ ਨੇ 10 ਭਾਂਤਾਂ ਦੇ। ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਇਹ ਆਪ ਗੁਰੂ ਕੀਆਂ ਸਿੱਖ ਸੰਗਤਾਂ ਨੇ ਸਰਵਣ ਕੀਤੇ ਨੇ। ਮਹਾਂਪੁਰਖਾਂ ਦੀ ਬਰਸ਼ੀ ਦੇ ਦਿਹਾੜੇ ਚੱਲ ਰਹੇ ਨੇ। ਛੋਟੇ ਸਾਹਿਬਜ਼ਾਦੇ ਉਹਨਾਂ ਦੇ ਦਿਹਾੜੇ ਨੇ, ਸ਼ਹੀਦੀ ਦਿਹਾੜੇ। ਸੰਪੂਰਨਤਾ ਹੋਈ ਹੈ, ਹੋਈ ਭੁਲ ਚੁੱਕ ਦੀ ਖਿਮਾ ਜੀ। ਤੁਹੀ ਖੜਗੋ ਚੱਕਰ ਸੂਲੋ, ਤੁਹੀ ਸਹਤੀ ਬਾਨਯੰ ਚ, ਤੁਹੀ ਸਰਬਾਸਤਰ ਸ਼ਸਤਰੰ, ਸ੍ਰੀ ਸਰਬਲੋਹ 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 ਸਦ ਬੰਦਤਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।